Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ. More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਵੀਕਲੀ ਅਪਡੇਟਸ ਦਾ ਪ੍ਰੋਗਰਾਮ ਹੈ। ਇਹਦੇ ਵਿੱਚ ਆਪਾਂ ਜਿੱਥੇ ਅਮਰੀਕਾ ਦੀ ਇਮੀਗ੍ਰੇਸ਼ਨ ਬਾਰੇ ਗੱਲ ਕਰਦੇ ਹਾਂ ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਬਾਰੇ ਤੁਹਾਨੂੰ ਜਾਣਕਾਰੀ ਦੇ ਦਾਂ ਕਿ ਮੈਂ ਵੀਡੀਓ ਥੋੜ੍ਹੀ 2 ਦਿਨ ਲੇਟ ਪਾਈ ਆ ਕਿਉਂਕਿ ਮੈਂ ਵਾਸ਼ਿੰਗਟਨ DC ਗਿਆ ਸੀ। ਉੱਥੇ ਮੈਂ 3 ਸੈਨੇਟਰਾਂ ਨਾਲ ਤੇ 1 ਕਾਂਗਰਸਮੈਨ ਨਾਲ ਤੇ ਉਸ ਤੋਂ ਬਾਅਦ ਇਲਾਵਾ ਫਿਰ 5 ਹੋਰ ਕਾਂਗਰਸਮੈਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਨਾਲ ਮੈਂ ਜਿਹੜੇ ਕੁਝ ਮੁੱਦੇ ਉਠਾਏ ਜਿਨ੍ਹਾਂ ਦੀ ਕਿ ਬੜੀ ਪੋਜ਼ੀਟਿਵ ਮੀਟਿੰਗ ਰਹੀ ਉਹਦੇ ਬਾਰੇ ਵੀ ਤੁਹਾਨੂੰ ਮੈਂ ਜਾਣਕਾਰੀ ਦਿਆਂਗਾ ਵੀ ਕੀ ਗੱਲਬਾਤ ਹੋਈ। ਤੇ ਉਹਦੇ ਨਾਲ ਸਾਡਾ ਜਿਹੜਾ ਆਫਿਸ ਹੈ ਨਿਊਯਾਰਕ ਵਾਲਾ ਉਹ ਹੁਣ ਜੈਕਸਨ ਹਾਈਟ ਤੋਂ ਜਮੇਕਾ ਐਵਨਿਊ ਰਿਚਮੰਡ ਹਿੱਲ ਵਿਖੇ ਸ਼ਿਫਟ ਹੋ ਗਿਆ ਤੇ ਉਹ ਹੁਣ ਆਫਿਸ ਪੂਰੀ ਤਰ੍ਹਾਂ ਤੇ ਫੰਕਸ਼ਨਲ ਹੈਗਾ। ਉਹਦਾ ਜਿਹੜਾ ਐਡਰੈਸ ਹੈਗਾ ਉਹ ਤੁਹਾਨੂੰ ਥੱਲੇ ਆਹ ਲਿਖ ਕੇ ਆ ਜਾਏਗਾ ਤੇ ਤੁਸੀਂ ਉੱਥੇ ਸਾਡੇ ਨਾਲ ਸੰਪਰਕ ਕਰੋ। ਤੇ ਨੰਬਰ ਫੋਨ ਦਾ ਉਹੀ ਹੈ 7185338444 ਤੇ ਹੁਣ ਅਸੀਂ ਜੈਕਸਨ ਹਾਈਟ ਤੋਂ ਰਿਚਮੰਡ ਹਿੱਲ ਦੇ ਵਿੱਚ ਆ ਗਏ ਹਾਂ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਸਾਡਾ ਰਿਚਮੰਡ ਹਿੱਲ ਵਾਲਾ ਆਫਿਸ ਆ ਉਹਦੇ ਨਾਲ ਤੁਸੀਂ ਸੰਪਰਕ ਕਰੋ ਤੇ ਉੱਥੇ ਆਓ ਕਿਉਂਕਿ ਕਈ ਬੰਦੇ ਜਿਹੜੇ ਅਜੇ ਵੀ ਜੈਕਸਨ ਹਾਈਟ ਜਾ ਰਹੇ ਨੇ ਤੇ ਉੱਥੇ ਉਹਨਾਂ ਨੂੰ ਫਿਰ ਉਹ ਜਿਹੜਾ ਹੈਗਾ ਉੱਥੇ ਆਫਿਸ 'ਚ ਮਿਲਣ 'ਚ ਪਰੇਸ਼ਾਨੀ ਆਉਂਦੀ ਆ। ਐਡਰੈਸ ਹੈਗਾ ਜੀ 108-14 ਜਮੇਕਾ ਐਵਨਿਊ ਰਿਚਮੰਡ ਹਿੱਲ ਨਿਊਯਾਰਕ 11418 108-14 ਜਮੇਕਾ ਐਵਨਿਊ ਰਿਚਮੰਡ ਹਿੱਲ ਨਿਊਯਾਰਕ 11418 ਇਹ ਜਮੇਕਾ ਐਵਨਿਊ ਦੇ ਉੱਪਰ ਆ ਤੇ ਜਿੱਥੇ ਉਹ ਟ੍ਰੇਨ ਜਾਂਦੀ ਆ ਉਹਦੇ ਥੱਲੇ। ਤੇ ਬਾਕੀ ਇਹਦਾ ਨੰਬਰ ਜਿਹੜਾ ਆਫਿਸ ਦਾ ਉਹੀ ਹੈ 7185338444 ਈਮੇਲ ਹੈਗੀ ਹੈ jpsingh@hotmail.com ਜਾਂ ਅਗਲੀ ਹੈਗੀ jpsingh@gmail.com ਤੇ jpsinghattorney@gmail.com ਇਹ ਸਾਰੀਆਂ ਈਮੇਲਾਂ ਹੈਗੀਆਂ। ਤੇ ਬਾਕੀ ਤੁਸੀਂ ਜਿਹੜਾ ਹੈਗਾ ਇਸ ਐਡਰੈਸ ਤੇ 108-14 ਜਮੇਕਾ ਐਵਨਿਊ ਰਿਚਮੰਡ ਹਿੱਲ ਨਿਊਯਾਰਕ ਇੱਥੇ ਤੁਸੀਂ ਹੁਣ ਆਉਣਾ ਜਦੋਂ ਵੀ ਨਿਊਯਾਰਕ ਸਾਡੇ ਆਫਿਸ ਦੇ ਵਿੱਚ ਆਉਣਾ। ਜੈਕਸਨ ਹਾਈਟ ਵਾਲੇ ਆਫਿਸ 'ਚ ਨਹੀਂ ਜਾਣਾ। ਤੇ ਇਹਦੇ ਨਾਲ ਮੈਂ ਤੁਹਾਨੂੰ ਜਿਹੜੀਆਂ ਹੁਣ ਦੀਆਂ ਅਪਡੇਟਸ ਨੇ ਉਹਦੇ ਬਾਰੇ ਗੱਲ ਕਰਦਾ। ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਮੀਗ੍ਰੇਸ਼ਨ ਰਿਫਾਰਮ ਦੀ ਜਿਹਦੇ ਬਾਰੇ ਕਿ ਅਸੀਂ ਵਾਸ਼ਿੰਗਟਨ DC ਦੇ ਵਿੱਚ ਗੱਲਬਾਤ ਕੀਤੀ। ਵਾਸ਼ਿੰਗਟਨ DC ਦੇ ਵਿੱਚ ਅਸੀਂ 3 ਇੰਪੋਰਟੈਂਟ ਸੈਨੇਟਰਾਂ ਨੂੰ ਮਿਲੇ। ਉਹਨਾਂ ਵਿੱਚ ਬੌਬ ਮਨੈਂਡਸ ਜਿਹੜੇ ਕਿ ਫੋਰਨ ਰਿਲੇਸ਼ਨ ਜਿਹੜੀ ਕਮੇਟੀ ਆ ਉਹਦੇ ਚੇਅਰਮੈਨ ਨੇ ਸੈਨੇਟ ਦੇ ਤੇ ਉਹਦੇ ਨਾਲ ਦੂਜੇ ਕੋਰੀ ਬੁਕਰ ਜਿਹੜੇ ਕਿ ਨਿਊ ਜਰਸੀ ਤੋਂ ਸੈਨੇਟਰ ਨੇ ਉਹ ਵੀ ਬੌਬ ਮਨੈਂਡਸ ਵੀ ਨਿਊ ਜਰਸੀ ਤੋਂ ਨੇ ਤੇ ਉਹ ਵੀ ਜਿਹੜੀ ਹੈਗੀ ਆ ਇੰਪੋਰਟੈਂਟ ਜੁਡੀਸ਼ਰੀ ਕਮੇਟੀ ਤੇ ਇਮੀਗ੍ਰੇਸ਼ਨ ਦੀ ਕਮੇਟੀ ਉਹਦੇ ਮੈਂਬਰ ਨੇ। ਤੀਸਰੇ ਸੀਗੇ ਸੈਨੇਟਰ ਐਲੈਕਸ ਬੜੀਆ ਜਿਹੜੇ ਕਿ ਕੈਲੀਫੋਰਨੀਆ ਤੋਂ ਸੈਨੇਟਰ ਨੇ ਤੇ ਇਹ ਜਿਹੜੀ ਇਮੀਗ੍ਰੇਸ਼ਨ ਦੀ ਸੈਨੇਟ ਦੀ ਸਬ ਕਮੇਟੀ ਆ ਉਹਦੇ ਚੇਅਰਮੈਨ ਨੇ। ਉਹਦੇ ਨਾਲ ਜੁਡੀਸ਼ਰੀ ਕਮੇਟੀ ਤੇ ਇਹਨਾਂ ਕਮੇਟੀਆਂ ਦੇ ਮੈਂਬਰ ਨੇ ਤੇ ਉਹਦੇ ਨਾਲ ਕਾਂਗਰਸਮੈਨ ਟੋਨੀ ਕਾਰਡੇਨਸ ਉਹਨਾਂ ਨੂੰ ਮਿਲੇ ਤੇ ਫਿਰ 3-4 ਹੋਰ ਕਾਂਗਰਸਮੈਨਾਂ ਨੂੰ ਉਸ ਤੋਂ ਪਹਿਲਾਂ ਅਲੱਗ ਮਿਲੇ। ਅਸੀਂ ਮੁੱਦੇ ਸੀਗੇ 3। ਪਹਿਲਾ ਮੁੱਦਾ ਇਹ ਆ ਕਿ ਜਿਹੜੀ ਅੰਬੈਸੀ ਆ ਉਹਦੇ ਜਿਹੜੇ ਇਮੀਗ੍ਰੈਂਟ ਵੀਜ਼ਾ ਸਰਵਿਸਿਜ਼ ਨੇ ਇੰਡੀਆ ਦੇ ਵਿੱਚ ਉਹ ਅਸੀਂ ਚਾਹੁੰਦੇ ਹਾਂ ਕਿ ਮੁੰਬਈ ਤੋਂ ਦਿੱਲੀ ਆ ਜਾਣ ਕਿਉਂਕਿ ਪੰਜਾਬ ਵਾਲਿਆਂ ਨੂੰ ਮੁੰਬਈ ਜਾਣਾ ਬੰਬੇ ਜਾਣਾ ਬਹੁਤ ਔਖਾ, ਉਹ ਬਹੁਤ ਦੂਰ ਪੈਂਦਾ ਤੇ ਇੱਕ ਨਾਲੇ ਬਹੁਤ ਜ਼ਿਆਦਾ ਬੈਕਲੌਗ ਆ ਉੱਥੇ। ਉਸ ਕਰਕੇ ਸਾਨੂੰ ਇਹ ਆ ਵੀ ਦਿੱਲੀ ਜਿਹੜਾ ਹੈਗਾ ਉਹ ਇੰਟਰਵਿਊਜ਼ ਹੋਣੀਆਂ ਚਾਹੀਦੀਆਂ। ਇਹਦੇ ਬਾਰੇ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਹੋ ਜਾਏਗਾ ਤੇ ਉਹਨਾਂ ਨੇ ਮੇਰੇ ਕੋਲੋਂ ਲਿਖਤੀ ਵੀ ਇੱਕ ਲੈਟਰ ਮੰਗੀ ਜਿਹੜੀ ਮੈਂ ਉਹਨਾਂ ਨੂੰ ਦੇਤੀ ਆ ਤੇ ਉਹਨਾਂ ਨੇ ਅੱਗੇ ਸਟੇਟ ਡਿਪਾਰਟਮੈਂਟ ਨੂੰ ਉਹ ਭੇਜਤੀ ਆ। ਅਸੀਂ ਹੁਣ ਫੋਲੋ ਅਪ ਕਰਾਂਗੇ। ਦੂਸਰਾ ਜਿਹੜਾ ਕੰਮ ਸੀ ਉਹ ਸੀ ਜਿਹੜੇ ਸੈਲਮ ਵਾਲਿਆਂ ਦੇ ਵਰਕ ਪਰਮਿਟ ਨੇ ਉਹਦੇ 'ਚ ਬਹੁਤ ਡਿਲੇ ਆ, ਤਕਰੀਬਨ 1 ਸਾਲ ਲੱਗਦਾ ਵਰਕ ਪਰਮਿਟ ਰਿਨਿਊ ਕਰਾਉਣ ਲਈ। ਉਹਦੇ ਬਾਰੇ ਵੀ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਕਿ ਇਹ ਜਿਹੜਾ ਟਾਈਮ ਹੈ ਇਹ 2 ਤੋਂ 3 ਮਹੀਨੇ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇੰਟਰਸਟਿੰਗ ਗੱਲ ਤਾਂ ਇਹ ਆ ਵੀ ਜਿਹੜੇ ਇਨੀਸ਼ੀਅਲ ਵਰਕ ਪਰਮਿਟ ਨੇ ਜਦੋਂ ਬੰਦਾ ਪਹਿਲੀ ਵਾਰੀ ਵਰਕ ਪਰਮਿਟ ਅਪਲਾਈ ਕਰਦਾ 180 ਦਿਨ ਤੋਂ ਬਾਅਦ ASAP ਦੀ ਮੈਂਬਰਸ਼ਿਪ ਲੈ ਕੇ ਤਾਂ ਉਹ ਵਰਕ ਪਰਮਿਟ ਤਾਂ 1.5 ਮਹੀਨੇ 'ਚ 2 ਮਹੀਨੇ 'ਚ ਕਈਆਂ ਦਾ ਮਹੀਨੇ 'ਚ ਵੀ ਆ ਜਾਂਦਾ। ਜਦੋਂ ਉਹੀ ਬੰਦਾ ਉਹਨੂੰ ਰਿਨਿਊ ਕਰਾਉਂਦਾ ਤਾਂ ਉਹਨੂੰ 1 ਸਾਲ ਲੱਗਦਾ, ਉਹਦੇ ਕੋਈ ਤੁੱਕ ਨਹੀਂ ਬਣਦੀ। ਉਹਦੇ ਜਿਹੜੇ ਡਰਾਈਵਰ ਲਾਇਸੈਂਸ ਨੇ ਉਹ ਐਕਸਪਾਇਰ ਹੋ ਜਾਂਦੇ ਆ। ਉਹ ਤੋਂ ਇਲਾਵਾ ਜੋਬਾਂ ਚਲੀਆਂ ਜਾਂਦੀਆਂ ਨੇ, ਬਹੁਤ ਨੁਕਸਾਨ ਹੁੰਦਾ। ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਜਿਵੇਂ ਵੀ ਹੋ ਸਕੇ ਇਹਦਾ ਟਾਈਮ 2 ਤੋਂ 3 ਮਹੀਨੇ ਜਿਵੇਂ ਪਹਿਲਾਂ ਹੁੰਦਾ ਸੀ ਉਹ ਕੀਤਾ ਜਾਵੇ। ਤੀਸਰਾ ਜਿਹੜਾ ਮੁੱਦਾ ਆ ਉਹ ਆ ਵੀ ਜਿਹੜੇ ਇਮੀਗ੍ਰੈਂਟ ਵੀਜ਼ਿਆਂ ਦੀਆਂ ਡੇਟਾਂ ਨਹੀਂ ਆ ਰਹੀਆਂ, F4 ਕੈਟੇਗਰੀ ਦੇ ਨਹੀਂ ਆ ਰਹੀਆਂ, F3 ਕੈਟੇਗਰੀ ਦੇ ਨਹੀਂ ਆ ਰਹੀਆਂ। ਜਿਹੜੇ ਸਿਟੀਜ਼ਨ ਦੇ ਕੇਸ ਨੇ ਹਸਬੈਂਡ ਵਾਈਫ ਦੇ ਜਾਂ ਗ੍ਰੀਨ ਕਾਰਡ ਹੋਲਡਰ ਦੇ ਸਿਟੀਜ਼ਨ ਦੇ ਕਰੰਟ ਨੇ ਉਹਦੀ ਅੰਬੈਸੀ ਦੇ ਵਿੱਚ ਇੰਡੀਆ ਖਾਸ ਕਰਕੇ ਕੋਈ ਇੰਟਰਵਿਊ ਨਹੀਂ
ਹੁਣ ਸਕੈਜੂਲ ਹੋਈ ਰੀਸੈਂਟਲੀ, ਉਹਦੇ ਬਾਰੇ ਗੱਲਬਾਤ ਕੀਤੀ ਕਿ ਉਹਨੂੰ ਤੇਜ਼ ਕਰੋ। ਤੇ ਉਹਦੇ ਨਾਲ ਨਾਲ ਜਿਹੜਾ ਇਮੀਗ੍ਰੇਸ਼ਨ ਰਿਫਾਰਮ ਹੋਣ ਜਾ ਰਿਹਾ, ਜਿਹੜਾ ਹਾਊਸ ਨੇ ਬਿੱਲ ਪਾਸ ਕਰਕੇ ਸੈਨੇਟ 'ਚ ਭੇਜਿਆ, ਉਹਦੇ ਬਾਰੇ ਵੀ ਲੰਬੀ ਚੌੜੀ ਗੱਲ ਹੋਈ। ਬੜੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ, ਅਸੀਂ ਫੋਰਚੂਨੇਟ ਸੀ ਕਿ ਸਾਡੇ ਨਾਲ 3 ਸੈਨੇਟਰ ਇੱਕੋ ਟਾਈਮ 'ਤੇ ਮਿਲੇ। ਨਹੀਂ ਆਮ ਤੌਰ 'ਤੇ ਤਾਂ ਇੱਕ ਨੂੰ ਮਿਲਣਾ ਬਹੁਤ ਔਖਾ ਹੁੰਦਾ। ਤੁਹਾਡੀ ਮੈਂ ਜਾਣਕਾਰੀ ਲਈ ਦੱਸ ਦਿਆਂ ਕਿ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸਪੀਕਰ ਤੋਂ ਬਾਅਦ ਜਿਹੜੀਆਂ ਇਲੈਕਟਿਡ ਸਭ ਤੋਂ ਇੰਪੋਰਟੈਂਟ ਜਿਹੜੀ ਪੋਜੀਸ਼ਨ ਹੁੰਦੀ ਆ ਉਹ ਸੈਨੇਟਰ ਦੀ ਹੁੰਦੀ, ਕਿਉਂਕਿ ਸੈਨੇਟਰ ਨੂੰ ਪੂਰੀ ਸਟੇਟ ਚੁਣਦੀ ਆ ਵੋਟਾਂ ਪਾ ਕੇ। ਤੇ ਸੈਨੇਟਰ ਜਿਹੜਾ ਹੁੰਦਾ ਉਹਦੀ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਉਹ ਇੰਪੋਰਟੈਂਸ ਆ ਤੇ ਬਹੁਤ ਜ਼ਿਆਦਾ ਪਾਵਰਫੁਲ ਪੋਜੀਸ਼ਨ ਆ। ਸੈਨੇਟਰ ਜੋ ਚਾਹਣ ਉਹ ਕਰਾ ਸਕਦੇ ਆ। ਸੋ ਇਸ ਕਰਕੇ ਸਾਡਾ ਉਹਨਾਂ ਨਾਲ ਮਿਲਣਾ ਜਿਹੜਾ ਸੀ ਇਹਨਾਂ ਮੁੱਦਿਆਂ ਨੂੰ ਲੈ ਕੇ ਉਹ ਬੜਾ ਅਹਿਮ ਸੀਗਾ ਤੇ ਹੁਣ ਉਹਨੂੰ ਫੋਲੋਅਪ ਵੀ ਕਰਾਂਗੇ ਅਸੀਂ ਆਉਂਦੇ ਵੀਕ ਦੇ ਵਿੱਚ। ਆਹ ਵੀਕ ਤਾਂ ਹੁਣ ਛੁੱਟੀਆਂ ਨੇ ਥੈਂਕਸਗਿਵਿੰਗ ਦੀਆਂ, ਇਸ ਤੋਂ ਬਾਅਦ ਫੋਲੋਅਪ ਕਰਕੇ ਤੇ ਇਹਨਾਂ ਮੁੱਦਿਆਂ ਤੇ ਗੱਲਬਾਤ ਜਾਰੀ ਰਹੇਗੀ। ਇਮੀਗ੍ਰੇਸ਼ਨ ਰਿਫਾਰਮ ਬਾਰੇ ਜਿਹੜੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਦੱਸ ਦਈਏ ਕਿ ਇਮੀਗ੍ਰੇਸ਼ਨ ਰਿਫਾਰਮ ਦਾ ਜਿਹੜਾ ਬਿੱਲ ਹੈ ਉਹ ਜਿਹੜਾ ਬਿਲਡ ਬੈਟਰ ਅਮਰੀਕਾ ਐਕਟ ਹੈਗਾ ਉਹ ਪਾਸ ਹੋ ਕੇ ਹਾਊਸ ਤੋਂ ਸੈਨੇਟ ਦੇ ਵਿੱਚ ਚਲਾ ਗਿਆ। ਹੁਣ ਉਹਦੇ ਵਿੱਚ ਇਮੀਗ੍ਰੇਸ਼ਨ ਦੀ ਇੱਕ ਪ੍ਰੋਵੀਜ਼ਨ ਹੈਗੀ ਆ, ਉਹ ਇਹ ਹੈਗੀ ਆ ਕਿ ਜਿਹੜੇ ਬੰਦੇ 2011 ਜਨਵਰੀ ਤੋਂ ਪਹਿਲਾਂ ਇੱਥੇ ਆਏ ਆ ਉਹਨਾਂ ਨੂੰ 5-5 ਸਾਲ ਦੇ ਜਿਹੜੇ ਵਰਕ ਪਰਮਿਟ ਹੈਗੇ ਆ ਉਹ ਮਿਲਣਗੇ। ਉਦੋਂ ਬਾਅਦ ਇੱਕ ਵਾਰੀ ਹੋਰ ਰਿਨਿਊ ਹੋਣਗੇ, ਉਹ 'ਚ ਆਉਣ ਜਾਣ ਦੀ ਪਰਮਿਸ਼ਨ ਵੀ ਹੋਏਗੀ। ਤੇ ਉਹ ਜਿਹੜੀ ਪ੍ਰੋਵੀਜ਼ਨ ਹੈਗੀ ਆ ਉਹ ਕਹਿ ਰਹੇ ਨੇ ਬੜੇ ਆਸਮੰਦ ਨੇ ਕਿ ਜਿਹੜੇ ਸੈਨੇਟ ਦੇ ਪਾਰਲੀਮੈਂਟੇਰੀਅਨ ਨੇ ਉਹ ਤੇ ਮੰਨ ਜਾਣਗੇ। ਅੱਗੇ ਵੀ ਪਹਿਲਾਂ 2 ਵਾਰੀ ਬਿੱਲ ਸੈਨੇਟ 'ਚ ਗਿਆ, ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਗਾਂ ਉਹਨਾਂ ਨੂੰ ਗ੍ਰੀਨ ਕਾਰਡ ਵੀ ਦੇ ਦਿਓ। ਇੱਕ ਇਹ ਸੀ ਕਿ ਰਜਿਸਟਰੀ ਜਿਹੜੀ ਹੈਗੀ ਆ 1972 ਤੱਕ ਆ ਉਹਨੂੰ ਮੂਵ ਕਰਕੇ 2010 ਤੱਕ ਲੈ ਜਾਓ, ਪਰ ਉਹ ਸੈਨੇਟ ਪਾਰਲੀਮੈਂਟੇਰੀਅਨ ਨੇ ਇਹ ਕਹਿ ਕੇ ਮਨਾ ਕਰਤਾ ਕਿ ਇਹਦਾ ਬਜਟ ਦੇ ਨਾਲ ਜਾਂ ਰੀਕਨਸੀਲੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ। ਜਿਹੜੀ ਆ ਟੈਂਪਰੇਰੀ ਪ੍ਰੋਵੀਜ਼ਨ ਆ ਇਹਦੇ ਤੇ ਉਹ ਆਸਬੰਦ ਨੇ ਕਿ ਸੈਨੇਟ ਪਾਰਲੀਮੈਂਟੇਰੀਅਨ ਦੇ ਮੰਨਣ ਦੀ ਉਮੀਦ ਆ। ਉਹ ਜੇ ਮੰਨ ਗਏ ਤਾਂ ਇਹ ਬਿੱਲ ਜਿਹੜਾ ਹੈਗਾ ਦਸੰਬਰ ਦੇ ਵਿੱਚ ਉਹ ਕਹਿੰਦੇ ਆ ਕਿ ਕ੍ਰਿਸਮਸ ਤੋਂ ਪਹਿਲਾਂ ਸੈਨੇਟ ਦੇ ਵਿੱਚੋਂ ਪਾਸ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਜੇ ਹੋ ਜਾਂਦਾ ਤਾਂ ਬੜਾ ਇਤਿਹਾਸਿਕ ਹੈ, ਜਿੱਥੇ ਉਹਦੇ ਨਾਲ ਨਾਲ ਅਮਰੀਕਾ ਦੇ ਹੋਰ ਕਈ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਉਹਦਾ ਫਾਇਦਾ ਹੋਏਗਾ। ਉਹਦੇ ਨਾਲ ਨਾਲ ਜਿਹੜਾ ਇਮੀਗ੍ਰੇਸ਼ਨ ਬਾਰੇ ਵੀ ਇੱਕ ਰਿਫਾਰਮ ਹੋਏਗਾ, ਚਾਹੇ ਟੈਂਪਰੇਰੀ ਸਹੀ ਪਰ ਨਾ ਹੋਣ ਨਾਲੋਂ ਇਹ ਵੀ ਚੰਗਾ। ਤੇ ਇਹ ਤੇ ਵੀ ਕੰਮ ਕਰ ਰਿਹਾ। ਹੁਣ ਸਾਡੀ ਫੋਲੋਅਪ ਮੀਟਿੰਗ ਜਿਹੜੀ ਹੈ ਦਸੰਬਰ ਦੇ ਪਹਿਲੇ ਹਫ਼ਤੇ ਫੇਰ ਹੋਏਗੀ ਤੇ ਫਿਰ ਉਹਦੇ ਬਾਰੇ ਤੁਹਾਨੂੰ ਮੈਂ ਜਿਵੇਂ ਹੋਏ ਜਾਣਕਾਰੀ ਦਿੰਦਾ ਰਹਾਂਗਾ। ਅਗਲੀ ਜਿਹੜੀ ਖਬਰ ਆ ਉਹ ਹੈਗੀ ਆ ਕਿ ਆਈਸ ਤੋਂ ਇਹ ਡਾਟਾ ਆਇਆ ਕਿ ਜਿਹੜੀ ਬਾਰਡਰ ਤੇ ਜਿਹੜੇ ਬੰਦੇ ਆਉਂਦੇ ਨੇ ਉਹਨਾਂ ਦਾ ਜਿਹੜਾ ਆਉਣਾ ਹੈਗਾ 15% ਘਟਿਆ, ਕਿਉਂਕਿ ਮੈਕਸੀਕੋ ਹੁਣ ਇਮੀਗ੍ਰੈਂਟਸ ਨੂੰ ਸਟਾਪ ਕਰ ਰਿਹਾ। ਸੋ ਉਹ ਹੁਣ ਕਹਿ ਰਹੇ ਕਿ the number of individuals apprehended by the border patrol at the US Mexico fell by 15% from September to October. So with the agency reporting nearly 27,000 fewer apprehensions than the previous month. ਉਹ ਕਹਿੰਦੇ ਪਿਛਲੇ ਮਹੀਨੇ ਨਾਲੋਂ 27,000 ਬੰਦੇ ਘੱਟ ਆਏ ਐਤਕੀ, ਕਿਉਂਕਿ ਮੈਕਸੀਕੋ ਵਾਲੇ ਜਿਹੜੇ ਨੇ ਉਹ ਬੰਦਿਆਂ ਨੂੰ ਰੋਕ ਰਹੇ ਨੇ ਏਅਰਪੋਰਟਾਂ ਤੇ ਬਾਰਡਰਾਂ ਤੇ ਉੱਥੋਂ ਵਾਪਸ ਭੇਜ ਰਹੇ ਆ। ਉਹਦੇ ਕਰਕੇ ਅਮਰੀਕਾ ਦੇ ਵਿੱਚ ਹੁਣ 15% ਦੀ ਜਿਹੜੀ ਹੈਗੀ ਆ ਉਹ ਕਟੌਤੀ ਹੋਈ ਆ। ਤੇ ਉਹ ਕਹਿ ਰਹੇ ਆ ਕਿ 62,000 ਸੀਗਾ ਪਹਿਲਾਂ ਸਤੰਬਰ ਦੇ ਵਿੱਚ 62,577 ਬੰਦਿਆਂ ਨੇ ਕ੍ਰਾਸ ਕੀਤਾ ਸੀ ਮੈਕਸੀਕੋ ਦਾ ਬਾਰਡਰ, ਤੇ ਹੁਣ ਉਹ 41,487 ਰਹਿ ਗਿਆ। ਤੋਂ 12,640 ਬੰਦੇ ਐਤਕੀ ਜਿਹੜੇ ਹੈਗੇ ਆ ਉਹ ਘੱਟ ਆਏ ਆ। ਤੇ ਇਹ ਹੁਣ ਜਿਹੜਾ ਨਵੰਬਰ ਦਾ ਡਾਟਾ ਹੈਗਾ ਉਹ ਵੀ ਆਏਗਾ, ਚ ਪਤਾ ਲੱਗੇਗਾ ਕਿੰਨਾ ਘੱਟ ਆਏਗਾ। ਨੇ 15% ਡਰੋਪ ਹੋਇਆ। ਇਹ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਿ ਅਮਰੀਕਾ ਦੀ ਸਭ ਤੋਂ ਉੱਚੀ ਅਦਾਲਤ ਆ, ਇਸ ਹੁਣ ਕਿਹੜੇ ਇਮੀਗ੍ਰੇਸ਼ਨ ਦੇ ਕੇਸ ਜਿਹੜੇ ਨੇ ਉਹ ਇਸ ਟਰਮ ਦੇ ਵਿੱਚ ਲੱਗੇ ਨੇ। ਤੇ ਇਮੀਗ੍ਰੇਸ਼ਨ ਦੇ ਜਿਹੜੇ ਕੇਸ ਹੈਗੇ ਆ ਉਹ ਟਰਮ ਜਿਹੜੀ ਬਿਗਿਨ ਹੋਈ ਆ ਅਕਤੂਬਰ 2021 ਤੋਂ। ਇਹਦੇ ਵਿੱਚ ਜਿਹੜੇ ਇੰਪੋਰਟੈਂਟ ਕੇਸ ਨੇ ਉਹ ਇਮੀਗ੍ਰੇਸ਼ਨ ਨੂੰ ਇੰਪੈਕਟ ਕਰਨਗੇ। ਉਹਨਾਂ ਵਿੱਚ ਪਹਿਲਾ ਹੈਗਾ ਪਟੇਲ ਵਰਸਸ ਗਾਰਲੈਂਡ। ਇਹਦੇ 'ਚ ਆਰਗੂਮੈਂਟ ਸੁਪਰੀਮ ਕੋਰਟ ਨੇ ਸੁਣਨੀ ਆ ਤੇ ਇਹਦੇ 'ਚ ਉਹਨਾਂ ਨੇ ਇਹ ਸੁਣਨਾ ਹੈ ਕਿ ਸੁਪਰੀਮ ਕੋਰਟ ਵਿਲ ਡਿਸਾਈਡ ਵੈਦਰ ਫੈਡਰਲ ਕੋਰਟਸ ਕੈਨ ਰਿਵਿਊ ਐਨ ਇਮੀਗ੍ਰੇਸ਼ਨ ਜਜਸ ਡਿਸਕ੍ਰੈਸ਼ਨਰੀ ਡਿਸੀਜਨ ਅਬਾਊਟ ਵੈਦਰ ਨਾਨ ਸਿਟੀਜ਼ਨ ਇਜ਼ ਐਲੀਜੀਬਲ ਫॉर ਸਰਟਨ ਟਾਈਪਸ ਆਫ ਇਮੀਗ੍ਰੇਸ਼ਨ ਲੀਵਸ ਸੱਚ ਐਜ਼ ਐਡਜਸਟਮੈਂਟ ਆਫ ਸਟੇਟਸ, ਕੈਂਸਲੇਸ਼ਨ ਆਫ ਰਿਮੂਵਲ। ਇਮੀਗ੍ਰੇਸ਼ਨ ਸਟੈਚੂ ਪ੍ਰੋਹਿਬਿਟਸ ਕੋਰਟਸ ਫਰੋਮ ਰਿਵਿਊਇੰਗ ਦ ਫਾਈਨਲ ਰਿਲੀਫ। ਅਸੈਲਮ ਤੋਂ ਬਿਨਾਂ ਜਿਹੜੀਆਂ ਹੋਰ ਰਿਲੀਫਾਂ ਹੁੰਦੀਆਂ ਨੇ, ਜਿਵੇਂ ਕੋਈ ਐਡਜਸਟਮੈਂਟ ਆਫ ਸਟੇਟਸ ਦਾ ਕੇਸ ਆ ਜਾਂ ਕੈਂਸਲੇਸ਼ਨ ਆਫ ਰਿਮੂਵਲ ਦਾ ਆ, ਉਹਨਾਂ ਦੀ ਜਿਹੜੀ ਜੇ ਇਮੀਗ੍ਰੇਸ਼ਨ ਜੱਜ ਫੈਸਲਾ ਕਰਦਾ ਉਹਦੀ ਅਪੀਲ ਇੱਕ BIA 'ਚ ਹੁੰਦੀ। BIA ਤੋਂ ਉੱਤੇ ਜਿਹੜੀਆਂ ਸਰਕਟ ਕੋਰਟਾਂ ਨੇ ਫੈਡਰਲ, ਉਹਨਾਂ ਵਿੱਚ ਤੁਸੀਂ ਨਹੀਂ ਜਾ ਸਕਦੇ। ਤੇ ਉਹ ਸੁਪਰੀਮ ਕੋਰਟ ਨੇ ਸੁਣਨਾ ਹੈ ਕਿ ਕੀ ਜਿਹੜੇ ਕੇਸਾਂ 'ਚ ਅਸੈਲਮ ਨਹੀਂ ਹੈਗਾ ਉਹਨਾਂ ਕੇਸਾਂ ਦੇ ਵਿੱਚ ਜਿਹੜੀਆਂ ਅਪੀਲਾਂ ਨੇ ਉਹ ਅੱਗੇ ਸਰਕਟ ਕੋਰਟਾਂ ਕੋਲ ਜਾ ਸਕਦੀਆਂ ਕਿ ਨਹੀਂ ਜਾ ਸਕਦੀਆਂ। ਵੈਰੀ ਇੰਪੋਰਟੈਂਟ ਕੇਸ ਇਹ ਜਦੋਂ ਆਏਗਾ ਇਹਦੇ ਬਾਰੇ ਅਸੀਂ ਬੜਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਕਿ ਕੀ ਡਿਸੀਜਨ ਹੁੰਦਾ ਸੁਪਰੀਮ ਕੋਰਟ ਦਾ। ਦੂਜਾ ਹੈਗਾ ਜੀ ਜੌਨਸਨ ਵਰਸਸ ਅਰਟੀਗਾ ਮਾਰਟੀਨਸ ਐਂਡ ਗਾਰਲੈਂਡ ਵਰਸਸ ਐਲੀਮੈਨ ਗੋਨਜ਼ਾਲਸ। ਇਹ ਜਿਹੜਾ ਕੇਸ ਹੈ ਇਹਦਾ ਜਨਵਰੀ ਦੇ ਵਿੱਚ ਸੁਪਰੀਮ ਕੋਰਟ ਇਹਦੇ ਬਾਰੇ ਆਰਗੂਮੈਂਟ ਸੁਣੇਗੀ। ਤੇ ਇਹ ਕੇਸ ਦੇ ਵਿੱਚ ਇਹ ਹੈਗਾ ਕਿ ਜਿਹੜੀਆਂ ਬੌਂਡ ਹੀਅਰਿੰਗਸ ਨੇ
6 ਮਹੀਨੇ ਤੋਂ ਉੱਪਰ ਜੇ ਕੋਈ ਬੰਦਾ ਹੋ ਜਾਵੇ ਜੇਲ੍ਹ ਦੇ ਵਿੱਚ, ਕੀ ਉਹਦਾ ਬੌਂਡ ਲਈ ਹੱਕਦਾਰ ਹੈ ਕਿ ਨਹੀਂ। ਤੇ ਉਹਦੇ ਬਾਰੇ ਸੁਪਰੀਮ ਕੋਰਟ ਨੇ ਪਹਿਲਾਂ ਇੱਕ ਫੈਸਲਾ ਦਿੱਤਾ ਸੀਗਾ ਕਿ 6 ਮਹੀਨੇ ਦਾ ਕੋਈ ਰੂਲ ਨਹੀਂ ਹੈਗਾ। ਪਹਿਲਾਂ ਇਹ 9 ਸਰਕਟ ਦਾ ਰੂਲ ਹੁੰਦਾ ਸੀ ਕਿ ਜੇ 6 ਮਹੀਨੇ ਤੋਂ ਵੱਧ ਬੰਦਾ ਜੇਲ੍ਹ 'ਚ ਰਹਿ ਗਿਆ ਤਾਂ ਉਹਨੂੰ ਬੌਂਡ ਦਿਓ। ਉਹ ਸੁਪਰੀਮ ਕੋਰਟ ਨੇ ਪਿੱਛੇ ਓਵਰਰੂਲ ਕਰਤਾ ਸੀਗਾ। ਤੇ ਹੁਣ ਇਹ ਕੇਸ ਦੁਬਾਰਾ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਕਿਹਾ ਕਿ ਇਹ ਤੁਸੀਂ ਕਰੋ ਵੀ ਕਿੰਨੀ ਕੁ ਦੇਰ ਤੱਕ ਸਰਕਾਰ ਅਨਰੀਜ਼ਨੇਬਲੀ ਬੰਦੇ ਨੂੰ ਜੇਲ੍ਹ 'ਚ ਰੱਖ ਸਕਦੀ ਹੈ। ਜੇ ਉਹ ਨਹੀਂ ਛੱਡਦੇ ਤਾਂ 6 ਮਹੀਨੇ ਤੋਂ ਬਾਅਦ ਉਹਦਾ ਬੌਂਡ ਜਿਹੜਾ ਉਹ ਹੋ ਸਕਦਾ ਕਿ ਨਹੀਂ। ਇਹ ਵੀ ਜਿਹੜੇ ਡਿਟੈਂਸ਼ਨ ਦੇ ਕੇਸ ਆ ਉਹਨਾਂ ਵਾਸਤੇ ਬੜਾ ਇੰਪੋਰਟੈਂਟ ਕੇਸ ਆ। ਤੀਜਾ ਕੇਸ ਹੈਗਾ ਜੀ ਐਗਬਰਟ ਵਰਸਸ ਬੋਲੇ। ਇਹ ਕੇਸ ਸੁਪਰੀਮ ਕੋਰਟ ਸੁਣੇਗੀ। ਇਹਦੇ ਵਿੱਚ ਇਹ ਹੈਗਾ ਕਿ ਜੇ ਕੋਈ ਜਿਹੜਾ ਆਫਿਸਰ ਹੈ ਉਹ ਕੌਨਸਟੀਟਿਊਸ਼ਨ ਨੂੰ ਵਾਇਲੇਟ ਕਰਦਾ ਇਮੀਗ੍ਰੇਸ਼ਨ ਰਿਲੇਟਡ ਐਕਸ਼ਨ ਦੇ ਵਿੱਚ, ਜਿਵੇਂ ਖਾਸ ਕਰਕੇ ਕਿ ਬਾਰਡਰ ਪੈਟਰੋਲ ਵਾਲੇ ਕਿਸੇ ਨੂੰ ਫੜਦੇ ਆ, ਉੱਥੇ ਉਹਨੂੰ ਉਹ ਰਹਿਣ ਨੂੰ ਜਿਹੜੀ ਥਾਂ ਤੇ ਰੱਖਦੇ ਆ, ਉੱਥੇ ਏਸੀ ਜਾਂ ਬਹੁਤ ਜ਼ਿਆਦਾ ਹੀਟ ਆ ਤਾਂ ਉੱਥੇ ਏਸੀ ਨਹੀਂ ਹੁੰਦਾ, ਜੇ ਠੰਡ ਆ ਤਾਂ ਉੱਥੇ ਹੀਟ ਨਹੀਂ ਹੁੰਦੀ, ਤੇ ਉਹਨਾਂ ਨੂੰ ਕੋਈ ਬ੍ਰੇਕਫਾਸਟ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਕੋਈ ਟੁੱਥਪੇਸਟ ਜਾਂ ਸਾਬਣ ਨਹੀਂ ਦਿੱਤਾ ਜਾਂਦਾ। ਇਹ ਕੰਡੀਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਬੰਦੇ ਦਾ ਰਾਈਟ ਹੈਗਾ ਕਿ ਉਹ ਕੋਰਟ ਜਾ ਸਕੇ ਜਾਂ ਸੂਹ ਕਰ ਸਕੇ ਸਰਕਾਰ ਨੂੰ ਵੀ ਮੈਨੂੰ ਜਿਹੜੇ ਬੇਸਿਕ ਰਾਈਟਸ ਨੇ ਘੱਟੋ ਘੱਟ ਜਾਂ ਬੇਸਿਕ ਐਮਿਨਿਟੀਜ਼ ਨੇ ਉਹ ਤਾਂ ਦਿਓ। ਤੇ ਇਹ ਵੀ ਕੇਸ ਸਾਹਮਣੇ ਆਏਗਾ। ਚੌਥਾ ਕੇਸ ਹੈ ਜੀ ਐਰੀਜ਼ੋਨਾ ਵਰਸਸ ਸਿਟੀ ਐਂਡ ਕਾਉਂਟੀ ਆਫ ਸੈਨ ਫਰਾਂਸਿਸਕੋ। ਇਹ ਕੇਸ ਦੇ ਵਿੱਚ ਸੁਪਰੀਮ ਕੋਰਟ ਕੰਸੀਡਰ ਕਰੇਗੀ ਕਿ ਕੀ ਸਟੇਟਸ ਨੂੰ ਰਾਈਟ ਹੈਗਾ ਡਿਫੈਂਡ ਕਰਨ ਦਾ ਫੈਡਰਲ ਗੌਰਮੈਂਟ ਦੇ ਜਿਹੜੇ ਅਖਤਿਆਰ ਨੇ, ਜੇ ਫੈਡਰਲ ਗੌਰਮੈਂਟ ਉਹਨਾਂ ਨੂੰ ਡਿਫੈਂਡ ਨਹੀਂ ਕਰਦੀ। ਹੁਣ ਕਈ ਸਟੇਟਾਂ ਜਿਹੜੀਆਂ ਨੇ ਐਰੀਜ਼ੋਨਾ, ਐਲੇਬਾਮਾ, ਆਰਕਨਸਾ, ਇੰਡੀਆਨਾ, ਕੈਨਸਸ, ਟੈਕਸਸ, ਜਿਨ੍ਹਾਂ ਵਿੱਚ ਕਿ ਰਿਪਬਲਿਕਨ ਸਰਕਾਰਾਂ ਨੇ, ਰਿਪਬਲਿਕਨ ਅਟਰਨੀ ਜਨਰਲ ਨੇ, ਉਹ ਆਮ ਤੌਰ ਤੇ ਸੂਹ ਕਰਦੇ ਨੇ ਇਮੀਗ੍ਰੇਸ਼ਨ ਦੇ ਇਸ਼ੂਜ਼ ਦੇ ਉੱਤੇ ਹਮੇਸ਼ਾ। ਲੇਕਿਨ ਇਮੀਗ੍ਰੇਸ਼ਨ ਜਿਹੜਾ ਸਬਜੈਕਟ ਆ ਉਹ ਫੈਡਰਲ ਗੌਰਮੈਂਟ ਦਾ ਸਬਜੈਕਟ ਆ, ਉਹ ਸਟੇਟ ਦਾ ਸਬਜੈਕਟ ਨਹੀਂ। ਤੇ ਉਹ ਫਿਰ ਹੁਣ ਸਟੇਟ ਨੇ ਦੇਖਣਾ ਕਿ ਉਹ ਸਟੇਟ ਵਾਲੇ ਕਹਿੰਦੇ ਨੇ ਕਿ ਸਾਡੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਲੋਕ ਆ ਜਾਂਦੇ ਨੇ, ਸਾਨੂੰ ਬੜੀ ਪਰੇਸ਼ਾਨੀ ਹੁੰਦੀ ਆ, ਪਰ ਹੈ ਫੈਡਰਲ ਗੌਰਮੈਂਟ ਦਾ। ਤੇ ਕੀ ਜਿਹੜੇ ਸਟੇਟ ਹੈਗੀ ਆ ਉਹ ਫੈਡਰਲ ਗੌਰਮੈਂਟ ਦੇ ਕੰਮ 'ਚ ਇੰਟਰਫੀਅਰ ਕਰ ਸਕਦੀ ਹੈ ਜਿੱਥੇ ਸਟੇਟ ਨੂੰ ਕੋਈ ਨੁਕਸਾਨ ਹੁੰਦਾ ਹੋਵੇ? ਇਹ ਕੁਐਸਚਨ ਆ। ਇਹ ਵੀ ਇੱਕ ਬੜਾ ਇੰਪੋਰਟੈਂਟ ਕੇਸ ਆ। ਸੋ ਇਹ ਸਾਰੇ ਕੇਸ ਸੁਪਰੀਮ ਕੋਰਟ ਨੇ ਹੁਣ ਆਉਂਦੇ ਮਹੀਨਿਆਂ 'ਚ ਸੁਣਨੇ ਆ। ਇਹਨਾਂ ਦਾ ਜਿਵੇਂ ਜਿਵੇਂ ਕੋਈ ਡਿਸੀਜਨ ਆਏਗਾ ਤੁਹਾਨੂੰ ਦੱਸਾਂਗੇ। ਲੇਕਿਨ ਇਹਨਾਂ ਸਾਰਿਆਂ ਦਾ ਜਿਹੜਾ ਸਬੰਧ ਹੈ ਉਹ ਹਜ਼ਾਰਾਂ ਲੋਕਾਂ ਦੇ ਨਾਲ ਆ, ਚਾਹੇ ਉਹ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਚਾਹੇ ਇੱਥੇ ਰਹਿ ਰਹੇ ਨੇ ਜਾਂ ਕਿਸੇ ਤਰੀਕੇ ਨਾਲ ਨੇ। ਤੇ ਸੁਪਰੀਮ ਕੋਰਟ ਦਾ ਫੈਸਲਾ ਤੁਹਾਨੂੰ ਪਤਾ ਹੈ ਕਿ ਸਰਵਉੱਚ ਅਦਾਲਤ ਅੰਤਮ ਹੁੰਦਾ। ਉਹ ਸਾਰੀਆਂ ਸਟੇਟਾਂ ਨੂੰ ਮੰਨਣਾ ਪੈਂਦਾ, ਸਾਰੀਆਂ ਕੋਰਟਾਂ ਨੂੰ ਮੰਨਣਾ ਪੈਂਦਾ, ਫੈਡਰਲ ਗੌਰਮੈਂਟ ਨੂੰ ਮੰਨਣਾ ਪੈਂਦਾ, ਸਟੇਟ ਗੌਰਮੈਂਟਾਂ ਨੂੰ ਮੰਨਣਾ ਪੈਂਦਾ, ਹਰੇਕ ਨੂੰ ਮੰਨਣਾ ਪੈਂਦਾ। ਇਹ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜੀ ਜੋਬਲੈਸ ਕਲੇਮ ਹੈ ਐਤਕੀ, ਜਿਹੜੀ ਅੱਜ ਦੀ ਖਬਰ ਆ, ਉਹ 52 ਈਅਰ ਲੋ ਹੋਇਆ ਕਿ ਬਹੁਤ ਜ਼ਿਆਦਾ ਜੋਬਲੈਸ ਬੰਦੇ ਜਾਣੀ ਕਿ ਅਮਰੀਕਾ 'ਚ ਘਟੇ ਨੇ। ਲੋਕਾਂ ਨੂੰ ਕੰਮ ਤੇ ਜਾਣਾ ਸ਼ੁਰੂ ਕਰਤਾ। ਇਹ ਚੰਗੀ ਗੱਲ ਆ ਕਿ ਏਡੀ ਵੱਡੀ ਮਹਾਮਾਰੀ ਤੋਂ ਬਾਅਦ, ਇੰਨੀ ਦੇਰ ਬੰਦ ਰਹਿਣ ਤੋਂ ਬਾਅਦ ਹੁਣ ਇਕਨੋਮੀ ਉੱਪਰ ਜਾ ਰਹੀ ਆ। ਤੇ ਵੀਕਲੀ ਜੋਬਲੈਸ ਕਲੇਮਸ ਫੈਲ ਸ਼ਾਰਪਲੀ ਟੂ ਦਾ ਲੋਐਸਟ ਲੈਵਲ ਇਨ 52 ਈਅਰਸ। 52 ਸਾਲਾਂ 'ਚ ਪਹਿਲੀ ਵਾਰੀ ਇੰਨਾ ਜ਼ਿਆਦਾ ਜੋਬਲੈਸ ਕਲੇਮ ਘਟਿਆ। ਵਰਕਰਸ ਫਾਈਲਿੰਗ ਫॉर ਨੈਸ਼ਨਲ ਅਨਐਮਪਲੋਇਮੈਂਟ ਬੈਨੀਫਿਟਸ ਪ੍ਰੋਕਸੀ ਫॉर ਲੇ ਆਫ ਡ੍ਰੌਪਡ 71,000 ਟੂ 199,000 ਲਾਸਟ ਵੀਕ। ਪਿਛਲੇ ਵੀਕ 1,99,000 ਬੰਦੇ ਜਿਹੜੇ ਸੀਗੇ ਉਹਨਾਂ ਨੇ ਅਨਐਮਪਲੋਇਮੈਂਟ ਲਈ ਜਾਂ ਇਹ ਫਾਈਲ ਕੀਤਾ ਸੀ, ਕੰਮ ਹੈ ਨਹੀਂ। ਹੁਣ ਸਿਰਫ ਉਹਨਾਂ 'ਚੋਂ 71,000 ਰਹਿ ਗਏ। ਇਹਦਾ ਮਤਲਬ ਬਾਕੀਆਂ ਨੂੰ ਕੰਮ ਜਿਹੜਾ ਉਹ ਮਿਲ ਗਿਆ। ਤੇ ਇਕਨੋਮੀ ਜਿਹੜੀ ਆ ਅਮਰੀਕਾ ਦੀ ਉਹ ਬਹੁਤ ਉੱਪਰ ਹੁਣ ਜਾ ਰਹੀ ਆ ਕਿਉਂਕਿ ਲੋਕਾਂ ਨੂੰ ਜਿਹੜੀਆਂ ਜੌਬਸ ਮਿਲ ਰਹੀਆਂ ਨੇ। ਬਲਕਿ ਜਿਹੜੇ ਅੱਡ ਇੰਪਲੋਇਰਸ ਨੇ, ਚਾਹੇ ਸਟੋਰਾਂ ਵਾਲੇ ਆ, ਗੈਸ ਸਟੇਸ਼ਨਾਂ ਵਾਲੇ ਆ, ਫਾਰਮਾਂ ਵਾਲੇ, ਟਰੱਕਾਂ ਵਾਲੇ, ਸਾਰੇ ਕਹਿ ਰਹੇ ਆ ਕਿ ਸਾਨੂੰ ਬੰਦੇ ਨਹੀਂ ਮਿਲਦੇ ਕੰਮ ਕਰਨ ਲਈ। ਸੋ ਇਸ ਟਾਈਮ ਤੇ ਜੌਬ ਮਾਰਕੀਟ ਬਹੁਤ ਹੌਟ ਆ। ਕੰਮ ਜਿਹੜੇ ਹੈਗੇ ਆ ਉਹ ਮਿਲ ਰਹੇ ਨੇ, ਬਲਕਿ ਤਨਖਾਹ ਵੀ ਕਾਫੀ ਜ਼ਿਆਦਾ ਮਿਲ ਰਹੀ ਆ। ਐਮਾਜ਼ੋਨ ਜਿਹੜਾ ਉਹ ਬਹੁਤ ਪੈਸੇ ਦੇ ਰਿਹਾ, ਈਵਨ ਜਿਹੜੇ ਦੂਜੇ ਇੰਪਲੋਇਰਸ ਨੇ ਉਹ ਦੇ ਰਹੇ ਨੇ, ਤੇ ਓਵਰ ਟਾਈਮ ਮਿਲ ਰਿਹਾ। ਸੋ ਐਤਕੀ ਜਿਹੜੇ ਵਰਕਰਸ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਹੈਗਾ ਉਹ ਆਪਣੇ ਜੌਬਸ ਤੋਂ ਬੈਨੀਫਿਟ ਹੋ ਰਿਹਾ। ਬੈਨੀਫਿਟ ਕੀ ਆਪਾਂ ਕਹਿ ਲਈਏ, ਹੱਕ ਉਹਨਾਂ ਨੂੰ ਮਿਲ ਰਿਹਾ, ਉਹਨਾਂ ਦਾ ਹੱਕ ਆ, ਜਿਹੜੇ ਮਿਹਨਤ ਕਰਦੇ ਆ ਤੇ ਉਹਨਾਂ ਨੂੰ ਸਹੀ ਹੱਕ ਦੇ ਜਿਹੜੇ ਪੈਸੇ ਹੁਣ ਮਿਲ ਰਹੇ ਨੇ। ਸੋ ਇਸ ਕਰਕੇ ਇਹ ਹੁਣ ਜਿਹੜਾ ਜੌਬ ਲੈਸ ਬੰਦੇ ਨੇ ਉਹਨਾਂ ਦੀ ਗਿਣਤੀ ਜਿਹੜੀ ਅਮਰੀਕਾ ਦੇ ਵਿੱਚ ਘਟਦੀ ਜਾ ਰਹੀ ਆ, ਜਿਹੜੇ ਕੰਮ ਤੇ ਲੱਗੇ ਆ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਆ। ਸੋ ਇਹਦੇ ਨਾਲ ਨਾਲ ਹੁਣ ਆਪਾਂ ਕੁਝ ਅਸੈਲਮ ਦੇ ਕੇਸਾਂ ਦੀ ਗੱਲ ਕਰਦੇ ਆ ਕਿ ਪੋਲੀਟੀਕਲ ਅਸੈਲਮ ਦੇ ਕੇਸਾਂ ਦਾ ਜਿਹੜਾ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਨਿਊਯਾਰਕ 'ਚ ਪਾਸ ਹੋਣਾ ਜਾਰੀ ਆ। ਸਾਡੇ ਆਹ 3 ਡੇਟਾਂ ਸੀਗੀਆਂ ਪਿਛਲੇ ਹਫਤੇ ਦੇ ਵਿੱਚ ਤੇ ਉਹ ਤਿੰਨੇ ਹੀ ਕੇਸ ਫੇਰ ਪਾਸ ਹੋਏ ਆ। ਤੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰੀਆ ਕਿ ਰਿਜ਼ਲਟ ਉਹਨਾਂ ਦੇ ਹੱਕ 'ਚ ਆਇਆ ਬੰਦਿਆਂ ਦੇ। ਤੇ ਇਹਦੇ ਨਾਲ ਨਾਲ 2 ਬੰਦੇ ਅਸੀਂ ਡਿਟੈਂਸ਼ਨ ਦੇ ਵਿੱਚੋਂ ਵੀ ਕਢਾਏ ਆ, ਜਿਹੜੇ ਬੰਦਿਆਂ ਨੂੰ ਕਿ ਡਿਟੈਂਸ਼ਨ ਦੇ ਵਿੱਚ ਸੀਗੇ ਤੇ ਉਹਨਾਂ ਨੂੰ ਬਾਹਰ ਆਏ ਆ ਤੇ ਹੁਣ ਉਹਨਾਂ ਦਾ ਅਸੈਲਮ ਕੇਸ ਲੱਗਣਾ ਸ਼ੁਰੂ ਹੋਇਆ। ਇਹਦੇ ਨਾਲ ਨਾਲ ਮੈਂ ਹੋਰ ਇੱਕ ਜਾਣਕਾਰੀ ਤੁਹਾਨੂੰ ਦੇ ਦਾਂ ਇੰਪੋਰਟੈਂਟ, ਕਿ ਜਿਹੜੇ ਡਿਟੈਂਸ਼ਨ 'ਚੋਂ ਬੰਦੇ ਆ ਰਹੇ ਨੇ ਉਹਨਾਂ ਨੂੰ ਹੁਣ ਐਂਟੀ ਦਿੱਤਾ ਜਾ ਰਿਹਾ। ਜਿਵੇਂ ਪਹਿਲਾਂ ਹੁੰਦਾ ਛੱਡ ਦਿੰਦੇ ਸੀ, ਕਹਿੰਦੇ ਸੀ ਵੀ ਤੁਹਾਨੂੰ ਤੁਸੀਂ ਰਿਪੋਰਟ ਕਰੋ ਜਾ ਕੇ ਆਈਸ ਕੋਰਟ ਤੇ ਤੁਹਾਨੂੰ ਕੋਰਟ ਦੀ ਡੇਟ ਬਾਅਦ 'ਚ ਭੇਜਾਂਗੇ।
ਹੁਣ ਜਿਹੜੇ ਬੰਦੇ ਆ ਅਸੀਂ ਪਿਛਲੇ ਹਫਤੇ ਰਿਲੀਜ਼ ਕਰਾਏ ਆ ਉਹਨਾਂ ਨੂੰ ਇਹਨਾਂ ਨੇ NTA ਦੇ ਕੇ ਰਿਲੀਜ਼ ਕੀਤਾ ਤੇ ਕੋਰਟ ਦੀ ਡੇਟ 2023 ਦੀ ਪਾਈ ਆ ਉਹਨਾਂ ਦੀ, ਤੇ ਉਸ ਤੋਂ ਪਹਿਲਾਂ ਉਹ ਅਸਾਈਲਮ ਲਾ ਸਕਦੇ ਆ ਤਾਂ ਕਿ ਉਹਨਾਂ ਦਾ ਕਲੌਕ ਸ਼ੁਰੂ ਹੋ ਜਾਵੇ ਤੇ ਵਰਕ ਪਰਮਿਟ ਮਿਲੇ। ਪਰ ਹੁਣ ਡੇਟਾਂ ਦੇ ਕੇ ਉਹਨਾਂ ਨੂੰ ਛੱਡ ਰਹੇ ਆ, ਪਹਿਲਾਂ ਵਾਂਗੂ ਨਹੀਂ ਵੀ ਛੱਡ ਦਿੰਦੇ ਸੀਗੇ ਤੇ ਡੇਟਾਂ ਜਿਹੜੀਆਂ ਉਹ 6-6 ਮਹੀਨੇ 8-8 ਮਹੀਨੇ ਸਾਲ ਨਹੀਂ ਸੀ ਆਉਂਦੀਆਂ। ਸੋ ਇਹ ਇੱਕ ਨਵੀਂ ਚੇਂਜ ਹੈਗੀ ਆ। ਸੋ ਇਹ ਸੀ ਹੁਣ ਦੀਆਂ ਇੰਪੋਰਟੈਂਟ ਖਬਰਾਂ ਤੇ ਹੁਣ ਸਮਾਂ ਹੋ ਗਿਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ ਤੇ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਹੁਣ ਲੈਣ ਲੱਗਿਆ ਜੀ। ਪਹਿਲਾ ਸਵਾਲ ਹੈ ਜੀ ਕਿ ਉਹਨਾਂ ਨੇ ਕਿਹਾ ਕਿ ਜਿਹੜੀਆਂ ਕਿ ਤੁਸੀਂ ਜਿਹੜੀ ਐਫਰਟ ਕਰ ਰਹੇ ਹੋ ਇਹ ਅੰਬੈਸੀ ਨੂੰ ਉੱਥੇ ਮੂਵ ਕਰਾਉਣ ਲਈ ਇਮੀਗ੍ਰੈਂਟ ਸਰਵਿਸਿਜ਼ ਲਈ ਬੰਬੇ ਤੋਂ ਮੁੰਬਈ ਤੋਂ ਦਿੱਲੀ, ਇਹ ਬਹੁਤ ਵਧੀਆ ਸ਼ਲਾਘਾਯੋਗ ਕੰਮ ਹੈ ਤੇ ਉਹਨਾਂ ਨੇ ਕਿਹਾ ਵਾਹਿਗੁਰੂ ਕਿਰਪਾ ਕਰੇ ਕਿ ਤੁਸੀਂ ਕਾਮਯਾਬ ਹੋ। ਹਾਂਜੀ, ਇਹਦੀ ਬੜੀ ਲੋੜ ਆ। ਮੈਂ ਦੱਸ ਕੇ ਹਟਿਆ ਕਿ ਇਹ ਕੰਮ ਜਿਹੜਾ ਹੈਗਾ ਬਹੁਤ ਪੰਜਾਬ ਵਾਲਿਆਂ ਨੂੰ ਖਾਸ ਕਰਕੇ ਔਖਾ ਉੱਥੇ ਜਾਣਾ ਤੇ ਪਲੱਸ ਨਾਲ ਉੱਥੇ ਬਹੁਤ ਜ਼ਿਆਦਾ ਬੈਕਲੌਗ ਹੈ ਤੇ ਇੰਟਰਵਿਊਜ਼ ਨਹੀਂ ਆ ਰਹੀਆਂ ਤੇ ਇਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਉਹ ਐਡਰੈਸ ਕਰ ਰਹੇ ਹਾਂ। ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਸਾਨੂੰ ਜਿਹੜੇ ਅਸੀਂ ਸੈਂਟਰਾਂ ਨੂੰ ਮਿਲੇ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਜਿਹੜਾ ਆਹ ਹੁਣ ਸੈਨੇਟ ਦੇ ਵਿੱਚ ਬਿੱਲ ਕੰਸੀਡਰ ਹੋਣਾ ਜਿਹੜਾ ਹਾਊਸ ਨੇ ਪਾਸ ਕਰਕੇ ਭੇਜਿਆ ਦਸੰਬਰ ਦੇ ਵਿੱਚ, ਇਹਦੇ ਵਿੱਚ ਇਹ ਪ੍ਰੋਵੀਜ਼ਨ ਰੱਖੀ ਗਈ ਆ ਕਿ ਲੱਖਾਂ ਇਹੋ ਜਿਹੇ ਵੀਜ਼ੇ ਨੇ ਜਿਹੜੇ ਕਿ ਅਨਯੂਜ਼ਡ ਨੇ, ਜਿਹੜੇ ਕਿ ਯੂਜ਼ ਨਹੀਂ ਕੀਤੇ ਗਏ, ਉਹਨਾਂ ਨੂੰ ਵੀ ਯੂਜ਼ ਕੀਤਾ ਜਾਏਗਾ ਉਹ ਨੰਬਰਸ ਨੂੰ, ਤਾਂ ਕਿ ਜਿਹੜਾ ਬੈਕਲੌਗ ਆ ਉਹਨੂੰ ਖਤਮ ਕੀਤਾ ਜਾਵੇ। ਸੋ ਇਹ ਹੁਣ ਦੇਖਦੇ ਹਾਂ ਕਾਮਯਾਬ ਹੁੰਦਾ। ਜੇ ਕਾਮਯਾਬ ਹੋ ਗਿਆ ਇੱਕ ਵੱਡਾ ਸਟੈਪ ਹੋਵੇਗਾ ਇਮੀਗ੍ਰੇਸ਼ਨ ਦੇ ਹੱਕ 'ਚ। ਅਗਲਾ ਜੀ ਕਿ ਉਹਨਾਂ ਨੇ ਇਹੀ ਸਵਾਲ ਪੁੱਛਿਆ ਕਿ ਜਿਹੜਾ ਬਿਲਡ ਬੈਕ ਬੈਟਰ ਜਿਹੜਾ ਹੈਗਾ ਅਮਰੀਕਾ ਦਾ ਜਿਹੜਾ ਐਕਟ ਹੈਗਾ ਇਹਨੂੰ ਦੱਸੋ ਵੀ ਇਹ ਪਾਸ ਹੋਇਆ ਕਿ ਨਹੀਂ ਹੋਇਆ। ਦੇਖੋ, ਇਹ ਹਾਊਸ ਨੇ ਜਿਹੜਾ ਪਾਸ ਕਰਤਾ ਸੀਗਾ ਤੇ ਹਾਊਸ ਨੇ ਪਾਸ ਕਰਕੇ ਤੇ ਇਹ ਸੈਨੇਟ ਦੇ ਵਿੱਚ ਭੇਜਿਆ ਤੇ ਲੇਕਿਨ ਸੈਨੇਟ ਜਿਹੜੀ ਆ ਉਹਨੇ ਅਜੇ ਇਹ ਕੰਸੀਡਰ ਕਰਨਾ। ਇਹਦੇ ਬਾਰੇ ਅਸੀਂ ਵਿਸਥਾਰ ਨਾਲ ਗੱਲਬਾਤ ਜਿਹੜੀ ਹੈਗੀ ਆ, ਇਹ ਸਾਡਾ ਇੱਕ ਟੌਪਿਕ ਸੀਗਾ, ਇਹ ਜਿਹੜੀ ਸਾਡੀ ਮੀਟਿੰਗ ਹੋਈ ਸੈਨੇਟਰਸ ਦੇ ਨਾਲ ਵਾਸ਼ਿੰਗਟਨ DC 'ਚ, ਤੇ ਇਹਦੇ ਵਿੱਚ ਜਿਹੜੀ ਇੱਕ ਇਮੀਗ੍ਰੇਸ਼ਨ ਦੀ ਇੰਪੋਰਟੈਂਟ ਜਿਹੜੀਆਂ ਪ੍ਰੋਵੀਜ਼ਨਸ ਨੇ ਦੋ ਨੇ। ਇੱਕ ਤਾਂ ਇਹ ਹੈਗਾ ਕਿ ਜਿਹੜੇ 2011 ਜਨਵਰੀ ਤੋਂ ਪਹਿਲਾਂ ਆਏ ਉਹਨਾਂ ਨੂੰ ਵਰਕ ਪਰਮਿਟ ਦਿਓ 5 ਸਾਲ ਲਈ ਆਉਣ ਜਾਣ ਦੀ ਪਰਮਿਸ਼ਨ, ਜਿਹੜਾ ਹੈਗਾ ਪਰੋਲ ਤੇ ਉਹਨਾਂ ਨੂੰ ਟੈਂਪਰੇਰੀ ਇੱਥੇ ਰਹਿਣ ਦਾ ਚਾਂਸ, ਤੇ ਉਹਦੇ ਨਾਲ 5 ਸਾਲ ਲਈ ਇੱਕ ਵਾਰ ਹੋਰ ਰਿਨਿਊ ਕਰੋ ਤੇ ਉਹਦੇ ਨਾਲ ਜਿਹੜੇ ਅਨਯੂਜ਼ਡ ਵੀਜ਼ਾਸ ਨੇ ਜਿਹੜੇ ਕਿ ਪਿੱਛੇ ਯੂਜ਼ ਨਹੀਂ ਕੀਤੇ ਗਏ ਉਹਨਾਂ ਨੂੰ ਦੁਬਾਰਾ ਯੂਜ਼ ਕਰਕੇ ਤੇ ਜਿਹੜਾ ਬੈਕਲੌਗ ਆ ਅੱਡ ਕੈਟਾਗਰੀਆਂ ਚਾਹੇ F4 ਕੈਟਾਗਰੀ F3 ਆ ਜਾਂ ਦੂਜੀਆਂ ਉਹਨਾਂ ਵਿੱਚ ਉਹਨੂੰ ਕੀਤਾ ਜਾਵੇ। ਸੋ ਜਿਹੜਾ ਇਹ ਐਕਟ ਹੈਗਾ ਇਹ ਹੁਣ ਸੈਨੇਟ ਨੇ ਟੇਕ ਅਪ ਕਰਨਾ ਤੇ ਮੈਨੂੰ ਲੱਗਦਾ ਵੀ ਦਸੰਬਰ ਦੇ ਵਿੱਚ ਸੈਨੇਟ ਇਹਨੂੰ ਟੇਕ ਅਪ ਕਰੇਗੀ ਤੇ ਉਹਦੇ ਵਿੱਚ ਬਾਕੀ ਜਿਵੇਂ ਜਾਣਕਾਰੀ ਹੋਈ ਅਸੀਂ ਅਗਲੇ ਹਫਤੇ ਫਿਰ ਫੋਲੋ ਅਪ ਕਰਨਾ, ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਰਵਾਂਗੇ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ F4 ਕੈਟਾਗਰੀ ਦੀ ਜਿਹੜੀ ਮੂਵਮੈਂਟ ਆ ਉਹ ਨਹੀਂ ਹੋ ਰਹੀ ਵੀਜ਼ਾ ਬੁਲਟਨ ਦੇ ਮੁਤਾਬਕ ਤੇ ਇਹ ਬੜੀ ਮਤਲਬ ਅਨਫੋਰਚੂਨੇਟ ਗੱਲ ਆ, ਮੰਦਭਾਗੀ ਆ। ਬਿਲਕੁਲ ਠੀਕ ਆ ਜੀ, ਤੁਹਾਡੇ ਨਾਲ ਮੈਂ ਸਹਿਮਤ ਹਾਂ ਕਿਉਂਕਿ ਜਿਹੜੀ F4 ਕੈਟਾਗਰੀ ਆ ਇਹ ਬਿਲਕੁਲ ਉੱਥੇ ਖੜੀ ਆ ਜਿੱਥੇ ਪਹਿਲਾਂ ਖੜੀ ਸੀਗੀ ਤੇ ਅਜੇ ਵੀ ਉੱਥੇ ਜਿਹੜਾ ਨਵੰਬਰ ਦਾ ਵੀਜ਼ਾ ਬੁਲਟਨ ਦੇ ਮੁਤਾਬਕ 15 ਸਤੰਬਰ 2005 ਚੱਲ ਰਿਹਾ ਤੇ F3 ਕੈਟਾਗਰੀ 'ਚ 22 ਨਵੰਬਰ 2008 ਹੈ, F2B 'ਚ 22 ਸਤੰਬਰ 2015 ਆ। ਇਹਦੇ ਨਾਲ ਮੈਂ ਦੱਸਦਾ ਚਾਹੇ F2A ਕੈਟਾਗਰੀ ਜਿਹੜੀ ਗ੍ਰੀਨ ਕਾਰਡ ਹੋਲਡਰ ਤੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਨੇ, ਜਾਂ ਜਿਹੜੀ F1 ਕੈਟਾਗਰੀ ਹੈ US ਸਿਟੀਜ਼ਨ, ਇਹ ਜਿਹੜੀ F2A ਕੈਟਾਗਰੀ ਹੈ ਭਾਵੇਂ ਕਰੰਟ ਆ ਲੇਕਿਨ ਜਿਹੜੇ US ਸਿਟੀਜ਼ਨ ਦੇ ਹਸਬੈਂਡ ਵਾਈਫ ਨੇ ਜਦੋਂ ਜਾ ਕੇ ਸਿਟੀਜ਼ਨ ਵਿਆਹ ਕਰਦਾ ਕਿਸੇ ਨਾਲ ਤੇ ਉਹ ਜਿਹੜੇ ਕੇਸ ਨੇ ਉਹ ਵੀ ਕਰੰਟ ਆ ਲੇਕਿਨ ਉਹਨਾਂ ਦੀ ਮੂਵਮੈਂਟ ਵੀ ਨਹੀਂ ਹੋ ਰਹੀ, ਉਹਦੀਆਂ ਇੰਟਰਵਿਊਜ਼ ਵੀ ਨਹੀਂ ਆ ਰਹੀਆਂ। ਇਹ ਵੀ ਮਸਲਾ ਅਸੀਂ ਉੱਥੇ ਵਾਸ਼ਿੰਗਟਨ DC ਸੈਂਟਰਾਂ ਦੀ ਮੀਟਿੰਗ 'ਚ ਉਠਾਇਆ ਕਿ ਇਹ ਦੇਖੋ ਜਿਹੜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਸ ਨੇ ਉਹਨਾਂ ਨੂੰ ਤਾਂ ਘੱਟੋ ਘੱਟ ਇੰਟਰਵਿਊ ਦੇ ਦਿਓ, ਉਹ ਵੀ ਨਹੀਂ ਆ ਰਹੀਆਂ। ਸੋ ਇਸ ਕਰਕੇ ਉਹਨੂੰ ਫਾਸਟ ਕਰਨ ਦਾ ਹੁਣ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੀ ਇਹ ਹੋ ਸਕੇ। ਇਸ ਤੋਂ ਇਲਾਵਾ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਸਾਡੇ ਸੈਲਮ ਦਾ ਕੇਸ 2017 ਦਾ ਅਪਲਾਈ ਹੋਏ ਤਾਂ ਕੋਈ ਡੇਟ ਨਹੀਂ ਆਈ। ਇਹਦੇ ਬਾਰੇ ਵੀ ਸਰਕਾਰ ਹੁਣ ਡੇਟਾਂ ਦੇਵੇਗੀ ਜੀ ਤੇ ਅਗਲੀ ਜਿਹੜੀ ਸਾਡੀ ਮੀਟਿੰਗ ਹੋਣੀ ਆ ਅਸੀਂ ਇਸ ਇਸ਼ੂ 'ਤੇ ਵੀ ਗੱਲਬਾਤ ਕਰਨੀ ਆ ਕਿਉਂਕਿ ਇਹ ਕੀ ਹੈਗਾ ਕਿ ਕਈਆਂ ਨੇ ਜਿਨ੍ਹਾਂ ਨੇ 18 ਤੋਂ ਪਹਿਲਾਂ ਦੇ ਕੇਸ ਸੈਲਮ ਦੇ ਕੀਤੇ ਸੀ ਉਹ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਕਰਤਾ ਸੀ ਵੀ 18 ਤੋਂ ਪਹਿਲਾਂ ਵਾਲਿਆਂ ਨੂੰ ਡੇਟ ਨਾ ਦਿਓ, 2018 ਫਰਵਰੀ ਤੋਂ ਬਾਅਦ ਵਾਲਿਆਂ ਨੂੰ ਦਿਓ। ਇਹ ਹਾਲਾਂਕਿ ਸਰਾਸਰ ਧੱਕਾ ਉਹਨਾਂ ਨਾਲ ਜਿਹੜੇ 18 ਤੋਂ ਪਹਿਲਾਂ ਦੇ ਆਏ ਆ ਉਹਨਾਂ ਇੰਨੇ ਸਾਲ ਹੋ ਗਏ ਉਹਨਾਂ ਨੂੰ ਡੇਟ ਮਿਲਣੀ ਚਾਹੀਦੀ ਆ। ਇਹਨਾਂ ਨੇ ਹੁਣ ਕੀਤਾ ਵੀ ਆ ਕਿ ਡੇਟਾਂ ਦਿਓ ਪਰ ਅਜੇ ਤੱਕ ਉਹ ਡੇਟਾਂ ਇੰਨੇ ਜ਼ਿਆਦਾ ਨਹੀਂ ਦੇ ਰਹੇ ਕਿਉਂਕਿ ਰਿਸੋਰਸਿਸ ਨਹੀਂ ਹੈਗੇ, ਸੈਲਮ ਅਫਸਰ ਇੰਨੇ ਨਹੀਂ ਹੈਗੇ ਜਿਹੜੇ ਇੰਟਰਵਿਊਜ਼ ਕਰ ਸਕਣ। ਸੋ ਇਸ ਕਰਕੇ ਇਹ ਚੇਂਜਸ ਲਿਆ ਰਹੇ ਨੇ ਪਰ ਉਹ ਚੇਂਜਸ ਜਿਹੜੀਆਂ ਨੇ ਉਹ ਬੜੀਆਂ ਟਾਈਮ ਲੱਗ ਰਿਹਾ ਉਹਨੂੰ ਲਿਆਉਣ ਵਾਸਤੇ। ਪਰ ਇਹਦੇ ਬਾਰੇ ਵੀ ਅਸੀਂ ਜਿਹੜੀ ਨੈਕਸਟ ਮੀਟਿੰਗ ਸਾਡੀ ਹੋਣੀ ਆ ਹੋਪਫੁਲੀ ਦਸੰਬਰ ਦੇ ਪਹਿਲੇ ਹਫਤੇ ਵਿੱਚ ਗੱਲ ਹੋਏਗੀ। ਅਗਲੀ ਗੱਲ ਹੈਗੀ ਆ ਜੀ ਕਿ ਰਿਮੇਨ ਇਨ ਮੈਕਸੀਕੋ ਪਾਲਿਸੀ ਬਾਰੇ ਇਨਫੋਰਮੇਸ਼ਨ ਦਿਓ। ਇਹਦੇ ਬਾਰੇ ਦੇਖੋ ਇਹ ਜਿਹੜੀ ਪਾਲਿਸੀ ਅਜੇ ਲਾਗੂ ਨਹੀਂ ਹੋਈ ਪਰ ਲਾਗੂ ਕਰਨ ਜਾ ਰਹੀ ਹੈ ਸਰਕਾਰ। ਇਹਦੇ ਵਿੱਚ ਇਹ ਹੋਏਗਾ ਕਿ ਉੱਥੇ ਰਹਿ ਕੇ ਕੇਸ ਲੜਨਾ ਪਏਗਾ ਪਰ ਇਹ ਸ਼ੋਰ ਨਹੀਂ ਹੈਗਾ ਕਿ ਕੀ ਜਿਹੜੇ ਬੰਦੇ ਇੰਡੀਆ ਤੋਂ ਆਉਂਦੇ ਆ ਜਾਂ ਇਹਨਾਂ ਮੁਲਕਾਂ ਤੋਂ ਉਹਨਾਂ ਦੇ ਲਾਗੂ ਹੋਏਗੀ ਕਿ ਨਹੀਂ ਹੋਏਗੀ। ਜ਼ਿਆਦਾ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਦੇ ਲੋਕ ਨੇ ਉਹਨਾਂ ਵਾਸਤੇ ਹੈਗੀ ਆ ਇਹ ਲਾਗੂ, ਇੰਡੀਆ ਵਾਲਿਆਂ ਬਾਰੇ ਅਜੇ ਸ਼ੋਰ ਨਹੀਂ, ਜਿਵੇਂ ਕੋਈ ਜਾਣਕਾਰੀ ਆਏਗੀ ਮੈਂ ਦਿਆਂਗਾ।
ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ 2014 ਦਾ ਲੱਗਿਆ ਹੋਇਆ ਪਰ ਅਜੇ ਤੱਕ ਪੈਂਡਿੰਗ ਆ ਤੇ ਮੈਂ ਛੱਡ ਕੇ ਕੈਨੇਡਾ ਆ ਗਿਆ, ਮੈਂ ਵਾਪਸ ਆ ਸਕਦਾ? ਨਹੀਂ ਜੀ, ਤੁਸੀਂ ਇੱਕ ਵਾਰੀ ਜੇ ਆਪਣਾ ਕੇਸ ਛੱਡ ਕੇ ਇੱਥੋਂ ਕੰਟਰੀ ਆਊਟ ਕਰ ਜਾਓ ਤਾਂ ਫਿਰ ਉਹਦੀ ਬੇਸ 'ਤੇ ਤੁਸੀਂ ਵਾਪਸ ਨਹੀਂ ਆ ਸਕਦੇ, ਕਿਉਂਕਿ ਉਹ ਤੁਹਾਡੀ ਜਿਹੜੀ ਤੁਸੀਂ ਸੈਲਫ ਡਿਪੋਰਟ ਹੋ ਕੇ ਛੱਡ ਕੇ ਚਲੇ ਗਏ, ਵਾਪਸ ਉਹਦੀ ਬੇਸ 'ਤੇ ਤੁਸੀਂ ਕੋਈ ਪਰਮਿਸ਼ਨ ਲੈ ਕੇ ਨਹੀਂ ਗਏ, ਜਾਣਾ ਮੁਸ਼ਕਿਲ। ਅਗਲਾ ਸਵਾਲ ਹੈ ਜੀ, ਅਸੀਂ F4 ਕੈਟੇਗਰੀ ਦਾ ਕੇਸ 2007 'ਚ ਅਪਲਾਈ ਕੀਤਾ ਸੀ, 9 'ਚ ਅਪਰੂਵ ਹੋ ਗਿਆ, ਕਿੰਨਾ ਟਾਈਮ ਲੱਗੂਗਾ? ਅਜੇ ਤਾਂ 2005 ਚੱਲ ਰਿਹਾ ਜੀ, ਹੋ ਸਕਦਾ ਤੁਹਾਨੂੰ 2 ਸਾਲ ਲੱਗ ਜਾਣ। ਅਗਲਾ ਸਵਾਲ ਹੈ ਜੀ ਕਿ ਅਸੀਂ ਮਾਰਚ 5 2021 ਸਾਡਾ ਕੇਸ ਜਿਹੜਾ ਉਹ I-730 ਟਰਾਂਸਫਰ ਹੋ ਗਿਆ ਸੀ, ਕਿੰਨਾ ਟਾਈਮ ਲੱਗੂਗਾ ਇੰਡੀਆ? ਆ ਰਹੀਆਂ ਜੀ ਹੁਣ ਡੇਟਾਂ ਪਰ ਸਲੋ ਹੈਗੀਆਂ ਇੰਟਰਵਿਊਜ਼। ਸੋ ਜੇ ਮਾਰਚ 21 'ਚ ਹੋਇਆ ਤਾਂ ਹੋ ਸਕਦਾ ਤੁਹਾਨੂੰ ਹੋਰ ਮਹੀਨੇ 2 ਮਹੀਨੇ 'ਚ ਕੋਈ ਨਾ ਕੋਈ ਚਿੱਠੀ ਆ ਜਾਵੇ, ਪਰ ਉੱਥੇ ਕੰਮ ਸਾਰਾ ਹੀ ਸਲੋ ਆ। ਅਗਲਾ ਸਵਾਲ ਹੈ ਜੀ ਕਿ ਮੈਂ ਅਮਰੀਕਾ ਆਇਆ ਸੀਗਾ ਤੇ ਫਿਰ ਮੈਂ ਇੱਥੇ ਡਿਵੋਰਸ ਫਾਈਲ ਕਰਤਾ ਤੇ ਕੀ ਮੈਨੂੰ ਇੱਥੇ ਐਂਟਰੀ ਹੁਣ ਦੁਬਾਰਾ ਆਵਾਂ ਮਿਲ ਸਕਦੀ? ਇਹ ਡਿਪੈਂਡ ਕਰੇਗਾ ਜੀ ਕਿ ਤੁਸੀਂ ਇੱਥੇ ਓਵਰਸਟੇ ਤਾਂ ਨਹੀਂ ਕੀਤਾ। ਜੇ ਤੁਸੀਂ ਤੁਹਾਨੂੰ ਜਿੰਨੀ ਐਂਟਰੀ ਮਿਲੀ ਸੀ 6 ਮਹੀਨੇ ਦੀ ਤੁਸੀਂ ਓਵਰਸਟੇ ਉਹ 'ਚ ਨਹੀਂ ਕੀਤਾ, ਚਲੇ ਗਏ, ਫਿਰ ਠੀਕ ਆ। ਜੇ ਓਵਰਸਟੇ ਕਰ ਗਏ ਤਾਂ ਫਿਰ ਤੁਹਾਨੂੰ ਜਿਹੜੀ ਹੈਗੀ ਆ ਉਹ ਪ੍ਰੋਬਲਮ ਆ ਸਕਦੀ ਆ। ਤੇ ਵੈਸੇ ਡਿਵੋਰਸ ਕਰਨ ਵਾਸਤੇ ਵੀ ਤੁਸੀਂ ਇੱਕ ਸਟੇਟ ਜਾਂ ਜਿਸ ਕਾਊਂਟੀ 'ਚ ਰਹਿਣਾ ਉੱਥੇ 6 ਮਹੀਨੇ ਦੀ ਜਿਹੜੀ ਰੈਜ਼ੀਡੈਂਸੀ ਜ਼ਰੂਰੀ ਹੁੰਦੀ ਆ, ਤੇ ਜੇ ਤੁਸੀਂ ਓਵਰਸਟੇ ਕਰ ਗਏ ਤਾਂ ਫਿਰ ਦੁਬਾਰਾ ਆਉਣਾ ਤੁਹਾਨੂੰ ਪ੍ਰੋਬਲਮ ਆ ਸਕਦੀ ਆ। ਅਗਲਾ ਸਵਾਲ ਹੈ ਜੀ ਕਿ F2A ਕੈਟੇਗਰੀ ਦੇ ਵਿੱਚ ਉਹ ਕਹਿੰਦੇ ਵੀ ਕਿੰਨਾ ਟਾਈਮ ਲੱਗ ਰਿਹਾ? ਇਹ F2A ਕੈਟੇਗਰੀ ਜਿਹੜੀ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਦੀ ਆ, ਕਾਫੀ ਟਾਈਮ ਲੱਗ ਰਿਹਾ ਜੀ, ਮੰਦਭਾਗਾ ਹੈ, ਇੰਨਾ ਟਾਈਮ ਨਹੀਂ ਲੱਗਣਾ ਚਾਹੀਦਾ ਪਰ ਲੱਗ ਰਿਹਾ, ਕਿਉਂਕਿ ਹੈ ਤਾਂ ਕਰੰਟ ਆ ਪਰ ਕਾਫੀ ਜ਼ਿਆਦਾ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ F1 ਵੀਜ਼ਾ ਜਿਹੜਾ ਹੈਗਾ ਦੇ ਸਪਾਊਸ ਨੂੰ ਅਲਾਓ ਹੁੰਦਾ ਕਿ ਨਹੀਂ? ਅਜੇ F1 ਵੀਜ਼ਾ ਮਿਲਦਾ ਰਿਹਾ, ਲੋਕੀ ਆ ਰਹੇ ਨੇ ਜਿਹੜੇ ਇੱਥੇ ਹੈਗੇ, ਸਟੂਡੈਂਟ ਵੀਜ਼ਾ ਹੁੰਦਾ F1, ਪਰ ਅਜੇ ਤੱਕ OPD ਪ੍ਰੋਗਰਾਮ 'ਤੇ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਤੇ ਉਸ ਤੋਂ ਇਲਾਵਾ ਉਹ ਸਿੱਧਾ ਹੀ ਆ ਕੇ F1 ਤੇ ਕੰਮ ਨਹੀਂ ਕਰ ਸਕਦੇ, ਪਰ ਜਿਹੜੇ OPD ਦੇ ਵਿੱਚ ਆ ਜਾਣ ਤਾਂ ਉਹ 'ਚ ਮਿਲ ਸਕਦਾ ਵਰਕ ਪਰਮਿਟ। ਅਗਲਾ ਸਵਾਲ ਹੈ ਜੀ ਕਿ ਫਰਵਰੀ 2009 'ਚ F3 ਕੇਸ ਦੀ ਇੰਟਰਵਿਊ ਕਦੋਂ ਆਏਗੀ? F3 ਕੇਸ ਦੀ ਦੇਖੋ ਜੀ 2008 ਅਜੇ ਚੱਲ ਰਿਹਾ, 22 ਨਵੰਬਰ ਫਰਵਰੀ 2009 ਆ, ਅਜੇ ਹੋਰ 6 ਮਹੀਨੇ ਤੋਂ ਸਾਲ ਲੱਗ ਸਕਦਾ। ਜਿਹੜਾ ਹੁਣ ਹਾਲਾਤ ਨੇ ਇਹਦਾ ਤਾਂ ਹੋਰ ਜ਼ਿਆਦਾ ਟਾਈਮ ਲੱਗ ਸਕਦਾ, ਪਰ ਜੇ ਬੈਕਲੌਗ ਘਟਿਆ ਤਾਂ ਹੋ ਸਕਦਾ 6 ਮਹੀਨੇ ਲੱਗ ਜਾਣ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ ਦੇ ਵਿੱਚ ਮੇਰੀ ਸਿਸਟਰ ਦਾ ਅਪਲਾਈ ਕੀਤਾ ਸੀ 2009 ਸਪਟੈਂਬਰ ਦੀ ਸਾਡੇ ਕੋਲ ਰਸੀਦ ਡੇਟ ਹੈਗੀ ਆ, ਤੇ ਮੇਰੇ ਭਾਣਜੇ ਦੀ 13 ਸਾਲ ਉਮਰ ਸੀਗੀ, ਅਪਰੂਵਲ 2010 'ਚ ਆਈ ਆ, ਕਿ ਉਹ ਕਵਰ ਹੋ ਸਕਦਾ? ਦੇਖੋ ਇਸ ਤਰ੍ਹਾਂ ਆ ਕਿ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਦੇਖਣਾ ਪੈਂਦਾ ਵੀ ਅਪਲਾਈ ਕਦੋਂ ਹੋਇਆ, ਫਿਰ ਅਪਰੂਵਲ ਤੁਹਾਡੀ 2010 'ਚ ਸਾਲ 'ਚ ਹੀ ਅਪਰੂਵਲ ਆ ਗਈ, ਸਾਲ ਦਾ ਟਾਈਮ ਹੀ ਮਿਲੂਗਾ। ਤੇ ਜੇ ਉਹ ਹੁਣ ਜਦੋਂ ਵੀ ਵਾਰੀ ਆਉਂਦੀ ਆ ਉਦੋਂ ਜੇ ਉਮਰ 21 ਸਾਲ ਤੋਂ ਉੱਪਰ ਆ ਤਾਂ ਉਹ ਟਾਈਮ ਕੱਢਣਾ ਪੈਣਾ, ਤਾਂ ਹੋ ਸਕਦਾ ਇਹ 'ਚ ਨਾ ਕਵਰ ਹੋਵੇ, ਕਿਉਂਕਿ ਜੇ 25 ਸਾਲ ਦਾ ਉਹ ਹੋ ਗਿਆ ਤੇ ਜਿਹੜਾ ਉਹ ਟਾਈਮ ਹੈਗਾ ਅਪਲਾਈ ਤੇ ਅਪਰੂਵਲ ਦਾ ਉਹ ਘੱਟ ਆ, ਉਹ 1 ਸਾਲ ਦਾ ਟਾਈਮ ਹੈ। ਇਹ ਦੇਖਾਂਗੇ ਜਦੋਂ ਤੁਹਾਡਾ ਕੇਸ ਤੁਹਾਡੀ ਜਿਹੜੀ ਡੇਟ ਕਰੰਟ ਹੋ ਗਈ ਹੈ, ਜੇ ਕਰੰਟ ਹੋਈ ਨਹੀਂ ਉਹ, ਜਦੋਂ ਕਰੰਟ ਹੋ ਗਈ, ਕਿਉਂਕਿ ਇਹਦਾ 2000 ਉੱਥੇ 5 ਚੱਲ ਰਿਹਾ, ਤੁਹਾਡਾ 2009 ਦਾ ਕੇਸ ਹੈ, 4-5 ਸਾਲ ਲੱਗਣੇ, ਉਦੋਂ ਨੂੰ ਕੀ ਬਣਦਾ? ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਨੇ ਕਿ US ਜਿਹੜੇ ਡਿਟੈਂਸ਼ਨ ਸੈਂਟਰ ਨੇ ਉੱਥੇ ਕਾਫੀ ਜ਼ਿਆਦਾ ਸਖਤੀ ਕੀਤੀ ਜਾਂਦੀ। ਬਿਲਕੁਲ ਠੀਕ ਹੈ ਜੀ, ਇਹਦੇ ਬਾਰੇ ਰਿਪੋਰਟ ਵੀ ਆਈ ਹੈ ਕਿ ਉਹਨਾਂ 'ਚ ਕਾਫੀ ਸਖਤੀ ਕੀਤੀ ਜਾਂਦੀ। ਹੁਣ ਤਾਂ ਅੱਗੇ ਨਾਲੋਂ ਕਾਫੀ ਫਰਕ ਹੈ, ਜ਼ਿਆਦਾ ਡਿਟੈਂਸ਼ਨ 'ਚ ਰੱਖਦੇ ਨਹੀਂ ਕਿਸੇ ਨੂੰ, ਪਰ ਜਿਹੜੀ ਪਿਛਲੀ ਸਰਕਾਰ ਸੀ ਉਹਦੇ ਬੜੇ ਬਹੁਤ ਸਖਤੀ ਕੀਤੀ ਜਾਂਦੀ ਸੀ, ਲੋਕਾਂ ਨੂੰ ਉੱਥੇ 2-2 ਸਾਲ ਰੱਖਿਆ ਜਾਂਦਾ ਸੀ, ਸਾਲ ਵੀ ਕਈ ਰਹੇ ਆ, 6-6 ਮਹੀਨੇ ਤਾਂ ਆਮ ਹੀ ਸੀ, ਤੇ ਉੱਥੇ ਜਿਹੜੀਆਂ ਬੇਸਿਕ ਫੈਸਿਲਿਟੀਜ਼ ਉਹ ਨਹੀਂ ਸੀ ਮਿਲਦੀਆਂ, ਕਾਫੀ ਔਖਾ ਸੀ ਲੋਕਾਂ ਨੂੰ। ਅਗਲਾ ਸਵਾਲ ਹੈ ਜੀ ਕਿ ਮੈਂ ਸਟੂਡੈਂਟ ਵੀਜ਼ੇ 'ਤੇ ਹਾਂ, ਸੈਲਮ ਦਾ ਅਪਲਾਈ ਕਰ ਸਕਦਾ, ਮਿਲ ਸਕਦੀ ਹੈ? ਡਿਪੈਂਡ ਕਰੂਗਾ ਤੁਹਾਡਾ ਕੇਸ ਸੈਲਮ ਦੇ ਗਰਾਊਂਡਾਂ 'ਚ ਆਉਂਦਾ ਕਿ ਨਹੀਂ ਆਉਂਦਾ, ਕਿਉਂਕਿ ਸੈਲਮ ਦੇ ਗਰਾਊਂਡ ਹੁੰਦੇ ਨੇ 5, ਜੇ ਉਹਦੇ ਵਿੱਚ ਤੁਹਾਡਾ ਕੇਸ ਆਉਂਦਾ ਫਿਰ ਤੁਸੀਂ ਕਰ ਸਕਦੇ ਹੋ, ਪਰ ਇਹ ਨਹੀਂ ਵੀ ਜਿਹੜਾ ਮਰਜ਼ੀ ਸਟੂਡੈਂਟ ਵੀਜ਼ੇ 'ਤੇ ਆਏ ਉਹ ਕਰ ਸਕੇ, ਇਸ ਤਰ੍ਹਾਂ ਨਹੀਂ ਹੈ। ਜੇ ਤੁਸੀਂ ਉਹਨਾਂ ਗਰਾਊਂਡਾਂ 'ਚ ਆਏਂਗੇ ਤਾਂ ਤੁਸੀਂ ਫਿਰ ਮਤਲਬ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ F2B ਦੀ ਸਾਡੀ ਪ੍ਰਾਇਓਰਟੀ ਡੇਟ ਹੈ 1 ਸਤੰਬਰ 2016 ਤੇ ਅਪਰੂਵਲ ਨਹੀਂ ਆਈ, ਤੇ ਇਹਦਾ ਕੀ ਕਰੀਏ? ਦੇਖੋ 2016 ਦੀ F2B ਕੈਟੇਗਰੀ ਉਹੀ ਜਿਹੜਾ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਬੱਚੇ 21 ਸਾਲ ਤੋਂ ਉੱਪਰ, 2015 ਚੱਲ ਰਿਹਾ, ਜੇ ਤੁਹਾਡੀ 16 ਦੀ ਅਪਰੂਵਲ ਨਹੀਂ ਆਈ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ, ਕਿਉਂਕਿ ਅਜੇ ਤਾਂ ਵੈਸੇ ਤੁਹਾਡੀ ਪ੍ਰਾਇਓਰਟੀ ਡੇਟ ਵੀ ਨਹੀਂ ਆਈ, ਪਰ ਤੁਹਾਡੀ ਅਪਰੂਵਲ ਆਉਣੀ ਚਾਹੀਦੀ, ਉਹਨਾਂ ਨਾਲ ਕੰਟੈਕਟ ਤੁਹਾਨੂੰ ਕਰਨਾ ਬਣਦਾ। ਤੇ ਉਸ ਤੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਅੰਬੈਸੀ ਵਿੱਚ ਇੰਟਰਵਿਊਜ਼ ਕਦੋਂ ਸਟਾਰਟ ਹੋਣਗੀਆਂ? ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਜੀ ਵੀ ਕਦੋਂ ਹੋਣਗੀਆਂ। ਜੇ ਉੱਥੇ ਸਟਾਪ ਹੈ ਤੇ ਹੋ ਸਕਦਾ ਕੋਈ ਖਬਰ ਆਵੇ ਦਸੰਬਰ ਦੇ ਵਿੱਚ, ਮੈਂ ਦੱਸਾਂਗਾ। ਬਾਕੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕਿ ਵਿਜ਼ਟਰ ਵੀਜ਼ੇ ਤੇ ਬਾਰੇ ਇੱਕ ਸਵਾਲ ਹੈ ਕਿ ਵਿਜ਼ਟਰ ਵੀਜ਼ਾ 'ਤੇ ਲੋਕ ਆ ਰਹੇ ਨੇ। ਹਾਂਜੀ ਬਿਲਕੁਲ ਆ ਰਹੇ ਆ। ਵਿਜ਼ਟਰ ਵੀਜ਼ੇ ਦੇ ਉੱਤੇ ਹੁਣੇ ਹੀ ਪਿਛਲੇ ਹਫ਼ਤੇ 2-3 ਫੈਮਲੀਜ਼ ਆਈਆਂ ਨੇ ਜਿਹਨਾਂ ਨੂੰ ਕਿ ਪਹਿਲਾਂ ਵੀਜ਼ਾ ਲੱਗਿਆ ਸੀਗਾ, ਐਂਟਰ ਹੋਏ ਨੇ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਆ। ਸੋ ਹੁਣ ਵਿਜ਼ਟਰ ਵੀਜ਼ੇ 'ਤੇ ਲੋਕ ਆਉਣ ਲੱਗ ਗਏ ਨੇ, ਅਮਰੀਕਾ ਦੇ ਵਿੱਚ ਐਂਟਰੀ ਉਹਨਾਂ ਨੂੰ ਮਿਲ ਰਹੀ ਆ।
ਸਿਰਫ ਇਹੀ ਆ ਕਿ ਉਹਨਾਂ ਨੇ ਇੱਕ ਤਾਂ ਟੀਕੇ ਲਵਾਏ ਹੋਣ, ਇੱਕ ਉਹਨਾਂ ਨੇ ਜਿਹੜੀ ਉਹ ਟੈਸਟ ਕਰਾਉਣਾ ਪੈਂਦਾ ਨੈਗੇਟਿਵ ਆਇਆ ਹੋਵੇ ਉਹਨਾਂ ਨੂੰ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ 'ਚ 2006 ਦਾ ਹੈਗਾ, ਕਦੋਂ ਵਾਰੀ ਆਏਗੀ? ਇਹ 2005 ਚੱਲ ਰਿਹਾ ਜੇ ਕਹਿ ਨਹੀਂ ਸਕਦੇ ਇਹਨੂੰ ਕਿੰਨਾ ਟਾਈਮ ਲੱਗੇਗਾ। ਹੋ ਸਕਦਾ ਸਾਲ ਲੱਗੇ, ਹੋ ਸਕਦਾ 2 ਸਾਲ ਵੀ ਲੱਗ ਸਕਦੇ, 8 ਮਹੀਨੇ ਵੀ ਲੱਗ ਸਕਦੇ ਆ, ਤੇ ਇਹਨੂੰ ਟਾਈਮ ਜਿਹੜਾ ਹੈਗਾ ਉਹ ਕਾਫੀ ਲੱਗ ਰਿਹਾ। ਤੇ ਅਗਲਾ ਸਵਾਲ ਹੈ ਜੀ ਕਿ ਮੇਰੇ ਬ੍ਰਦਰ ਨੇ 2005 'ਚ ਅਪਲਾਈ ਕੀਤਾ ਸੀਗਾ ਤੇ ਇੰਟਰਵਿਊ ਅਜੇ ਤੱਕ ਨਹੀਂ ਆਈ। ਇਹ 5 ਤਾਂ ਜੇ ਹੁਣ ਸਤੰਬਰ ਚੱਲ ਰਿਹਾ, ਪਤਾ ਮਤਲਬ ਇਹ ਨਹੀਂ ਕਿ ਅਗਸਤ ਵਾਲਿਆਂ ਨੂੰ, ਜੁਲਾਈ ਵਾਲਿਆਂ ਨੂੰ ਇੰਟਰਵਿਊ ਆ ਗਈਆਂ 5 ਦੀਆਂ। ਅਜੇ ਤੱਕ ਕਈ ਜਿਹੜੇ ਫਰਵਰੀ, ਜਨਵਰੀ ਜਾਂ ਮਾਰਚ ਵਾਲੇ ਵੀ ਹੈਗੇ 2005 ਦੇ, ਜਿਹਦੀ ਇੰਟਰਵਿਊ ਨਹੀਂ ਆਈ। ਸੋ ਅਜੇ ਕੁਝ ਨਹੀਂ ਕਹਿ ਸਕਦੇ ਕਦੋਂ ਡੇਟ ਆਏਗੀ ਜੀ। ਤੇ ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ 'ਚ 8 ਫਰਵਰੀ 2006 ਦੇ ਪੇਪਰ ਲੱਗੇ ਨੇ। ਟਾਈਮ ਲੱਗੇਗਾ ਜੀ, ਅਜੇ ਜਨਵਰੀ ਦੇ ਉਹਨਾਂ ਨੇ ਵੈਸੇ ਪੇਪਰ ਉੱਦਾਂ ਮੰਗਣੇ ਸ਼ੁਰੂ ਕਰਤੇ ਆ, ਪਰ ਇਹਨੂੰ ਟਾਈਮ ਲੱਗ ਸਕਦਾ। ਸੋ ਤੁਹਾਨੂੰ ਇਹਦੇ ਥੋੜ੍ਹੀ ਜਿਹੀ ਵੇਟ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ ਸਾਡਾ 23 ਜਨਵਰੀ 2006 ਦਾ F4 ਦਾ ਅਪਲਾਈ ਕੀਤਾ ਹੋਇਆ, ਕਿੰਨਾ ਟਾਈਮ ਲੱਗੂਗਾ? ਤੁਹਾਨੂੰ ਅਜੇ ਜਿਹੜੇ ਪੇਪਰ ਹੈਗੇ ਸਿਵਲ ਡਾਕੂਮੈਂਟਸ ਉਹ ਸ਼ਾਇਦ ਮੰਗਣ ਵਾਸਤੇ ਲੈਟਰ ਆ ਜਾਵੇ, ਜਿਵੇਂ ਆਪਣੇ ਪਾਸਪੋਰਟ ਕਲੀਅਰੈਂਸ, ਪੁਲਿਸ ਕਲੀਅਰੈਂਸ ਵਗੈਰਾ ਜਮ੍ਹਾਂ ਕਰਾਓ, ਪਰ ਅਜੇ ਇੰਟਰਵਿਊ ਨੂੰ ਟਾਈਮ ਲੱਗੂਗਾ। ਤੇ ਅਗਲਾ ਸਵਾਲ ਹੈ ਜੀ ਕਿ ਜੇ ਅਸਾਈਲਮ ਅਪਲਾਈ ਕੀਤਾ ਉਹਦਾ ਕੋਈ ਮੈਡੀਕਲ ਟੈਸਟ ਵੀ ਹੁੰਦਾ ਜਾਂ ਨਹੀਂ? ਨਹੀਂ, ਮੈਡੀਕਲ ਟੈਸਟ ਉਹਦਾ ਕੋਈ ਨਹੀਂ ਹੁੰਦਾ ਜੀ, ਉਹ ਤਾਂ ਡਾਕੂਮੈਂਟੇਸ਼ਨ ਮੰਗੀ ਜਾਂਦੀ ਆ। ਲੇਕਿਨ ਜਦੋਂ ਕੇਸ ਤੁਹਾਡਾ ਜੇ ਪਾਸ ਹੋ ਜਾਂਦਾ, ਤੁਸੀਂ ਗ੍ਰੀਨ ਕਾਰਡ ਅਪਲਾਈ ਕਰਦੇ ਹੋ, ਉਹਦੇ ਵਾਸਤੇ ਮੈਡੀਕਲ ਟੈਸਟ ਹੁੰਦਾ, ਪਰ ਅਸਾਈਲਮ ਅਪਲਾਈ ਕਰਨ 'ਤੇ ਕੋਈ ਮੈਡੀਕਲ ਟੈਸਟ ਅਮਰੀਕਾ ਦੇ ਵਿੱਚ ਨਹੀਂ ਹੁੰਦਾ। ਤੇ ਅਗਲਾ ਸਵਾਲ ਹੈ ਜੀ, ਕਹਿੰਦੇ ਜੇ ਕਿਸੇ ਕੋਲ ਕੈਨੇਡਾ ਤੇ ਅਮਰੀਕਾ 10 ਸਾਲ ਦਾ ਵਿਜ਼ਟਰ ਵੀਜ਼ਾ, ਉਹ ਅਸਾਈਲਮ ਦਾ ਕੇਸ ਲਾਉਂਦਾ, ਉਹ ਕੈਨੇਡਾ ਵਿਜ਼ਿਟ ਕਰ ਸਕਦਾ? ਜਦੋਂ ਕੋਈ ਵੈਲਿਡ ਵੀਜ਼ਾ ਕਰ ਸਕਦਾ, ਪਰ ਵਾਪਸ ਨਹੀਂ ਆ ਸਕਦਾ, ਕਿਉਂਕਿ ਅਸਾਈਲਮ ਦਾ ਕੇਸ ਲਾ ਕੇ ਤੁਸੀਂ ਜੇ ਕੰਟਰੀ ਆਊਟ ਕਰਦੇ ਹੋ ਤਾਂ ਫਿਰ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਅਸਾਈਲਮ ਦੇ ਕੇਸ ਦੇ ਵਿੱਚ ਤੁਸੀਂ ਰਹਿ ਸਕਦੇ ਹੋ, ਪਰ ਆਊਟ ਜੇ ਕਰੋਗੇ ਤਾਂ ਵਾਪਸ ਆਉਣ ਦੇ ਵਿੱਚ ਤੁਹਾਨੂੰ ਪ੍ਰੋਬਲਮ ਆਏਗੀ। ਜੇ ਤੁਹਾਡੇ ਕੋਲ ਹੋਰ ਕੰਟਰੀ ਦਾ ਵੀਜ਼ਾ ਤੁਸੀਂ ਜਾ ਸਕਦੇ ਹੋ, ਪਰ ਐਂਟਰੀ ਦੀ ਪ੍ਰੋਬਲਮ ਹੈ, ਤੁਹਾਨੂੰ ਵਾਪਸ ਨਹੀਂ ਤੁਸੀਂ ਆ ਸਕਦੇ ਫਿਰ, ਜਦ ਤੱਕ ਤੁਸੀਂ ਇੱਥੋਂ ਪਰਮਿਸ਼ਨ ਲੈ ਕੇ ਨਹੀਂ ਜਾਂਦੇ। ਪਰਮਿਸ਼ਨ ਜਿਹੜੀ ਆ ਉਹ ਇਹਨਾਂ ਕੇਸਾਂ ਦੇ ਵਿੱਚ ਮੁਸ਼ਕਿਲ ਹੀ ਮਿਲਦੀ ਆ। ਤੇ ਅਗਲਾ ਸਵਾਲ ਹੈ ਜੀ ਕਿ ਮੈਂ ਇੱਥੇ ਸਿਟੀਜ਼ਨ ਆ, ਆਪਣੀ ਵੱਡੀ ਭੈਣ ਲਈ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦਾ, ਉਹਦੀ ਉਮਰ 58 ਸਾਲ ਆ ਤੇ ਮੇਰੀ ਬਾਟ ਹੋ ਸਕਦਾ? ਹਾਂਜੀ, ਹੁਣ ਵੀਜ਼ੇ ਖੁੱਲ੍ਹ ਗਏ, ਤੁਸੀਂ ਟਰਾਈ ਕਰ ਸਕਦੇ ਹੋ, ਪਰ ਉਹਦੇ 'ਚ ਕ੍ਰਾਈਟੇਰੀਆ ਹੁੰਦਾ ਕਿ ਕੀ ਇਹ ਵਾਪਸ ਜਾਣਗੇ ਕਿ ਨਹੀਂ। ਸੋ ਜੇ ਉਹ ਕ੍ਰਾਈਟੇਰੀਆ ਪੂਰਾ ਕਰਦੇ ਆ ਤਾਂ ਉਹਦੇ 'ਚ ਵੀਜ਼ਾ ਮਿਲ ਸਕਦਾ, ਪਰ ਕੋਈ ਗਰੰਟੀ ਨਹੀਂ ਹੁੰਦੀ ਵਿਜ਼ਟਰ ਵੀਜ਼ੇ ਦੀ। ਉਹਨਾਂ ਨੇ ਇਹੀ ਦੇਖਣਾ ਹੁੰਦਾ ਵੀ ਕੀ ਜਿਹੜਾ ਬੰਦਾ ਵਿਜ਼ਿਟ ਕਰਨ ਜਾ ਰਿਹਾ ਉਹਦੀ ਆਪਣੀ ਕੰਟਰੀ ਦੇ ਵਿੱਚ ਟਾਈਜ਼ ਹੈਗੀਆਂ, ਕੀ ਉਹ ਵਾਪਸ ਜਾਏਗਾ ਮੁੜ ਕੇ ਕਿ ਨਹੀਂ ਜਾਏਗਾ। ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਤੇ ਅਗਲੇ ਹਫਤੇ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.